परम सम्मानयोग गुरु प्यारिओ, वाहिगुरु जी का खालसा, वाहिगुरु जी की फतेह। सिख मिशन कालेज लुधियाना ਵੱਲੋਂ ਐਸਐਮਸੀ ਗੁਰਮਤਿ ਕਲਾਸ ਯੂਐਸਏ ਆਪ ਸਾਰਿਆਂ ਦਾ ਸਵਾਗਤ ਕਰਦੇ ਹਾਂ। ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ। ਪਿਛਲੇ 3 ਹਫ਼ਤੇ ਪਹਿਲਾਂ ਭੈਣ ਜੀ ਗੁਰਚਰਨ ਕੌਰ ਜੀ ਨੇ ਸਾਡੇ ਨਾਲ ਇੱਕ ਵਿਸ਼ਾ ਸਾਂਝਾ ਕੀਤਾ ਸੀ, ਖੁਸ਼ੀ। ਬਹੁਤ ਸਾਰੇ ਵਿਦਵਾਨਾਂ ਦੀਆਂ ਕੋਟੇਸ਼ਨਾਂ ਉਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ। ਅੱਜ ਉਸ ਦਾ ਦੂਸਰਾ ਭਾਗ ਹੈ ਖੁਸ਼ੀ ਤੇ ਆਨੰਦ। ਅਸੀਂ ਜਾਣਦੇ ਹਾਂ ਆਨੰਦ ਐਸਾ ਸ਼ਬਦ ਹੈ ਜਿਸ ਦਾ ਵਿਰੋਧੀ ਸ਼ਬਦ ਕੋਈ ਬਣਿਆ ਨਹੀਂ। ਖੁਸ਼ੀ ਹੈ ਤੇ ਗਮੀ ਹੈ, ਸੁੱਖ ਹੈ ਤੇ ਦੁੱਖ ਹੈ, ਲੇਕਿਨ ਆਨੰਦ ਇੱਕ ਐਸਾ ਸ਼ਬਦ ਹੈ ਜਿਸ ਦਾ ਕੋਈ ਵਿਰੋਧੀ ਸ਼ਬਦ ਸਾਨੂੰ ਨਹੀਂ ਮਿਲਦਾ। ਇਸ ਥੋੜ੍ਹੀ ਜਿਹੀ ਖੁਸ਼ੀ ਤੋਂ ਉੱਪਰ ਉੱਠ ਕੇ ਆਨੰਦ ਤੱਕ ਕਿਵੇਂ ਪਹੁੰਚ ਗਏ, ਇਹ ਵਿਚਾਰਾਂ ਦੀ ਸਾਂਝ ਅੱਜ ਕਰਨਗੇ ਭੈਣ ਜੀ ਗੁਰਚਰਨ ਕੌਰ ਜੀ। ਬੇਨਤੀ ਕਰਦਾ ਹਾਂ ਭੈਣ ਜੀ ਕਿਰਪਾ ਕਰੋ, ਅੱਜ ਦੀ ਵਿਚਾਰ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਸਤਿਕਾਰਯੋਗ ਸਤਸੰਗੀ ਭੈਣੋ ਤੇ ਭਰਾਵੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਵਾਰੀ ਅਸੀਂ ਖੁਸ਼ੀ ਬਾਰੇ ਗੱਲ ਕੀਤਿਆਂ ਸਮਝਿਆ ਕਿ ਬਾਹਰਲੇ ਪਦਾਰਥ ਸਾਨੂੰ ਟੈਂਪਰੇਰੀ ਖੁਸ਼ੀ ਦਿੰਦੇ ਨੇ। ਇਸ ਲਈ ਅਸੀਂ ਖੁਸ਼ੀ ਨੂੰ ਥੋੜਾ ਲੰਬੇਰਾ ਕਰਨ ਲਈ ਕਈ ਨੁਕਤੇ ਰਿਸਰਚ ਟੈਸਟ ਸੁਜੈਸਟ ਕੀਤੇ ਸਨ। ਅੱਜ ਅਸੀਂ ਵੇਖਾਂਗੇ ਕਿ ਉਹਨਾਂ ਬਾਰੇ ਗੁਰਬਾਣੀ ਕੀ ਕਹਿੰਦੀ ਹੈ। ਫਿਰ ਅਸੀਂ ਗੁਰਬਾਣੀ ਤੋਂ ਸਦੀਵੀ ਆਨੰਦ ਬਾਰੇ ਸਮਝਾਂਗੇ ਤੇ ਕਿਹੜੀਆਂ ਪੌੜੀਆਂ ਚੜ੍ਹ ਕੇ ਸਾਨੂੰ ਉਸ ਮੰਜ਼ਿਲ ਤੱਕ ਪਹੁੰਚਣਾ ਹੈ। ਅਸੀਂ ਪਿਛਲੀ ਪ੍ਰੈਜੈਂਟੇਸ਼ਨ ਵਿੱਚ ਵੇਖਿਆ ਕਿ ਫਿਲਾਸਫਰਸ ਦਾ ਗਿਆਨ ਖੁਸ਼ੀ ਬਾਰੇ ਐਟਲੀਸਟ 450 BC ਤੋਂ ਮੌਜੂਦ ਸੀ। ਅਸੀਂ ਫਿਰ ਵੀ ਮਾਇਆ ਦੇ ਪਿੱਛੇ ਲੱਗੇ ਹੀ ਰਹੇ। ਮਾਇਆ ਦੀ ਖਿੱਚ ਚੁੰਬਕ ਸ਼ਕਤੀ ਤੋਂ ਘਬਰਾ ਕੇ ਕਈ ਲੋਕ ਮਾਇਆ ਛੱਡ ਕੇ ਜੋਗੀ ਬਣ ਗਏ। ਕਿਸੇ ਧਰਮ ਦੇ ਲੋਕਾਂ ਨੂੰ ਉਮਰ ਨੂੰ ਵੰਡ ਕੇ ਅਖੀਰਲੇ ਸਾਲ ਸੰਨਿਆਸ ਜੰਗਲਾਂ ਵਿੱਚ ਬਿਤਾਉਣਾ ਉਲੀਕ ਦਿੱਤਾ। ਬ੍ਰਾਹਮਣਾਂ ਨੂੰ ਸਭ ਕੁਝ ਦਾਨ ਦੇ ਜਾਵੇ, ਬ੍ਰਾਹਮਣ ਭਾਵੇਂ ਮਾਇਆ ਵਿੱਚ ਖਚਤ ਰਹੇ। ਸਾਡੇ ਗੁਰੂਆਂ ਨੇ ਭਗਤਾਂ ਨੇ ਮਾਇਆ ਜਾਲ ਤੋਂ ਬਚਣ ਦੀ ਗੱਲ ਕੀਤੀ ਤੇ ਅਧਿਆਤਮਕ ਪੱਧਰ ਤੇ ਆਤਮਕ ਆਨੰਦ ਤੇ ਜ਼ੋਰ ਦਿੱਤਾ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਦੁਨੀਆ ਛੱਡ ਕੇ ਜੰਗਲਾਂ ਵਿੱਚ ਕੋਈ ਆਨੰਦ ਪ੍ਰਾਪਤ ਕਰਨਾ ਹੈ। ਗੁਰੂ ਅਰਜਨ ਦੇਵ ਜੀ ਫਰਮਾਇਆ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਅਸੀਂ ਸਾਰੇ ਕੰਮ ਕਰਦਿਆਂ ਖੁਸ਼ੀ ਜੀ ਸਕਦੇ ਹਾਂ। ਜ਼ਰੂਰਤ ਹੈ ਸਾਨੂੰ ਸਤਿਗੁਰ ਮਿਲੇ ਤੇ ਸਾਨੂੰ ਜਿਉਣ ਦੀ ਸਹੀ ਜਾਚ ਆਵੇ। ਅਸੀਂ ਪਦਾਰਥਾਂ ਵਿੱਚ ਖਚਤ ਨਾ ਹੋਈਏ ਤੇ ਕਾਮਾਦਿਕ ਵਿਕਾਰਾਂ ਤੋਂ ਬਚੇ ਰਹੀਏ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਜੇ ਭੋਗ ਬਿਲਾਸ। ਕਿਆ ਲਸਕਰ ਕਿਆ ਨੇਕ ਖਵਾਸੀ, ਆਵੇ ਮਹਿਲੀ ਵਾਸ। ਨਾਨਕ ਸੱਚੇ ਨਾਮ ਵਿਨ ਸਭੇ ਢੋਲ ਵਿਨਾਸ਼। ਅਸੀਂ ਕਹਿੰਦੇ ਹਾਂ ਰੱਬ ਨੇ ਸਾਰੇ ਸੁੱਖ ਦਿੱਤੇ ਨੇ, ਪਰ ਘਰ ਵਿੱਚ ਕੋਈ ਖੁਸ਼ੀ ਨਹੀਂ, ਪ੍ਰਸੰਨਤਾ ਨਹੀਂ, ਧੁਰ ਅੰਦਰ ਦਾ ਸੁੱਖ ਨਹੀਂ। ਪੰਜਵੇਂ ਪਾਤਸ਼ਾਹ ਦੀ ਪੌੜੀ ਹੈ, ਸੁੰਦਰ ਸੇਜ ਅਨੇਕ ਸੁਖ ਰਸ ਭੋਗਨ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਇ ਮੋਤੀ ਹੀਰੇ। ਮਨ ਇੱਛੇ ਸੁਖ ਮਾਨਦਾ ਕਿਛ ਨਾਹਿ ਵਿਸੂਰੇ, ਸੋ ਪ੍ਰਭ ਚਿਤ ਨਾ ਆਵਈ ਵਿਸਟਾ ਕੇ ਕੀਰੇ। ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਨ ਮਨ ਤੀਰੇ। ਅਸੀਂ ਸਾਰੇ ਪਦਾਰਥਾਂ ਤੋਂ ਸੁਖ ਚਾਹੁੰਦੇ ਹਾਂ। ਸਾਡਾ ਮਨ ਰਾਜਾ ਬਣ ਬੈਠਾ ਹੈ। ਸਾਰੇ ਇੰਦਰੇ ਮਨ ਨੂੰ ਰਿਝਾਉਣ ਤੇ ਲੱਗੇ ਹਨ। ਘਰ ਬੱਚੇ ਨੇ, ਪਰ ਮਨ ਫਿਰ ਵੀ ਭੁੱਖਾ ਹੈ। ਮਨ ਨੂੰ ਕੁਝ ਚੰਗਾ ਲੱਗਦਾ ਹੈ, ਕਹਿੰਦਾ ਹੈ ਹੋਰ ਵੇਖ, ਹੋਰ ਰਸ ਮਲਾਈ ਖਾ ਲੈ। ਪਰ ਸਾਰੇ ਸੁਖ ਸਵਾਦ ਖੁਸ਼ੀਆਂ ਛਿਨ ਭੰਗੜ ਲਈ ਹਨ। ਗੁਰੂ ਅਮਰਦਾਸ ਜੀ ਫਰਮਾਇਆ, ਸ਼ਿਵ ਸ਼ਕ ਆਪ ਪਾਏ ਕੇ ਕਰਤਾ ਆਪੇ ਹੁਕਮ ਵਰਤਾਏ। ਇਹ ਮਾਇਆ ਪਰਮਾਤਮਾ ਨੇ ਹੀ ਬਣਾਈ ਹੈ। ਉਹਨਾਂ ਮਾਇਆ ਦਾ ਸੁਭਾਅ ਦੱਸਿਆ।
ਇਹ ਮਾਇਆ ਜਿੱਥਰ ਵਿਸਰੇ ਮੋਹ ਉਪਜੇ ਭਾਵ ਦੂਜਾ ਲਾਇਆ। ਹਰ ਚੀਜ਼ ਜਿਸ ਨਾਲ ਅਸੀਂ ਆਪਣਾ ਮੋਹ ਲਾਉਂਦੇ ਹਾਂ ਮਾਇਆ ਹੈ, ਭਾਵੇਂ ਫੈਮਿਲੀ ਜਾਂ ਪੋਜੈਸ਼ਨਸ। ਗੁਰੂ ਜੀ ਕਿਹਾ, ਕਹੇ ਨਾਨਕ ਗੁਰ ਪ੍ਰਸਾਦੀ, ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਉਹਨਾਂ ਗ੍ਰਸਥ ਵਿੱਚ ਰਹਿੰਦਿਆਂ, ਆਪਣੇ ਫਰਜ਼ ਪੂਰੇ ਕਰਦਿਆਂ, ਸੱਚੀ ਸੁੱਚ ਕਿਰਤ ਕਰਦਿਆਂ ਪ੍ਰਭੂ ਨਾਲ ਜੁੜੇ ਰਹਿਣ ਦਾ ਉਪਦੇਸ਼ ਦਿੱਤਾ। ਗੁਰੂਆਂ ਨੇ ਅਨੇਕਾਂ ਅਮੀਰ ਠੱਗਾਂ ਨੂੰ ਦੂਜਿਆਂ ਦੀ ਹੱਕ ਦੀ ਕਮਾਈ ਲੈਣ ਤੋਂ ਵਰਜਿਆ ਤੇ ਇਮਾਨਦਾਰੀ ਦੇ ਰਸਤੇ ਤੇ ਪਾਇਆ, ਭਾਵੇਂ ਉਹ ਸੱਜਣ ਠੱਗ ਸੀ ਜਾਂ ਮਲਕ ਭਾਗੋ, ਤੇ ਗਰੀਬਾਂ ਨੂੰ ਗਲੇ ਲਾਇਆ, ਜਿਵੇਂ ਕਿ ਭਾਈ ਲਾਲੋ ਜੀ, ਭਾਈ ਹੇਮਾ ਜੀ। ਆਓ ਭਾਈ ਹੇਮਾ ਜੀ ਦੀ ਸਾਖੀ ਸੁਣੀਏ। ਗੁਰੂ ਅਰਜਨ ਦੇਵ ਜੀ ਦੇ ਵਕਤ ਇੱਕ ਸਿੱਖ ਸੀ, ਭਾਈ ਹੇਮਾ ਜੀ, ਬਹੁਤ ਗਰੀਬ ਸੀ। ਗੁਰੂ ਜੀ ਸਿੱਖਾਂ ਨਾਲ ਸਫ਼ਰ ਕਰ ਰਹੇ ਸੀ। ਤਰਨ ਤਾਰਨ ਕੋਲ ਖਾਨਪੁਰ ਪਿੰਡ ਵਿੱਚ ਪੋਹ ਦਾ ਮਹੀਨਾ, ਮੀਂਹ ਹੋ ਰਿਹਾ ਸੀ। ਰਾਤ ਪੈ ਗਈ। ਸਿੱਖਾਂ ਨੇ ਲੋਕਾਂ ਦੇ ਬੂਹੇ ਖੜਕਾਏ, ਕਿਸੇ ਨੇ ਸ਼ੈਲਟਰ ਨਾ ਦਿੱਤਾ। ਭਾਈ ਹੇਮਾ ਜੀ ਆਪਣੀ ਝੋਪੜੀ ਵਿੱਚ ਲੈ ਗਏ, ਜੋ ਲੀਕ ਕਰ ਰਹੀ ਸੀ। ਉਹਨਾਂ ਗੁਰੂ ਜੀ ਨੂੰ ਸਿੱਖਾਂ ਸਮੇਤ ਪ੍ਰਸ਼ਾਦਾ ਖਵਾਇਆ। ਇੱਕੋ ਕੰਬਲੀ ਸੀ, ਗੁਰੂ ਜੀ ਨੂੰ ਦਿੱਤੀ। ਗੁਰੂ ਜੀ ਨੇ ਉਸ ਵੇਲੇ ਇਹ ਸ਼ਬਦ ਫਰਮਾਇਆ, ਭਲੀ ਸੁਹਾਵੀ ਛਾਪੜੀ ਜੈ ਮੈਂ ਗੁਣ ਗਾਏ, ਕਿਥੇ ਕਾਮ ਨਾ ਤੋਲਰ ਜਿਤ ਹਰ ਬਿਸਰਾਏ। ਰਹਾਓ, ਆਨੰਦ ਗਰੀਬੀ ਸਾਧ ਸੰਗ ਤਿਤ ਪ੍ਰਚਿਤ ਆਏ, ਜਲ ਜਾਓ ਇਹ ਬੜਪਨਾ ਮਾਇਆ ਲਪਟਾਏ। ਪੀਸਨ ਪੀਸ ਔਰ ਖਾਮਰੀ, ਸੁਖ ਮਨ ਸੰਤੋਖਾਏ, ऐसो राज न किते काज जितने तृप्ताए। नगन फिरत रंग एक के ओ शोभा पाए, पाठ पटंबर बिरथ्या जय रच लो बाए। सब कुछ तुमरे हाथ प्रभ आप करे कराए, सास साह सिमरत रहा नानक दान पाए। गुरु जी ऐ नहीं कह रहे कि हुण असीं जाके झोंपड़ियां विच मूव हो जाइए। मेन मैसेज है, राज बाग महल रेशम सब व्यर्थ है जे प्रभु चेते नहीं। अत गरीबी विच भी जे प्रभु चेते है ਤਾਂ ਪ੍ਰਭੂ ਉਸਨੂੰ ਸ਼ੋਭਾ ਦਿੰਦਾ ਹੈ। ਗੁਰੂ ਜੀ ਨੇ ਭਾਈ ਹੇਮਾ ਜੀ ਦਾ ਸੰਸਕਾਰ ਆਪਣੇ ਹੱਥੀਂ ਕੀਤਾ ਸੀ। ਅਸੀਂ ਗੱਲ ਕੀਤੀ ਸਿਮਰਨ ਦੀ, ਚੇਤਾ, ਜਿਸ ਦੀ ਹੁਣ ਗੱਲ ਹੋਈ ਹੈ। ਮੇਰੇ ਓਪੀਨੀਅਨ ਵਿੱਚ ਗੁਰੂਆਂ ਨੇ ਕੋਈ ਬਾਣੀ ਨਹੀਂ ਰਚੀ ਜਿਸ ਵਿੱਚ ਪ੍ਰਭੂ ਦੇ ਨਾਮ ਸਿਮਰਨ ਦੀ ਗੱਲ ਨਹੀਂ ਕੀਤੀ। ਹਰ ਪੰਨੇ ਤੇ ਕਿੰਨੀ ਵਾਰੀ ਮੈਂਸ਼ਨ ਕੀਤਾ ਹੈ, ਸ਼ੁਰੂਆਤ ਭਾਵੇਂ ਰਸਨਾ ਨਾਲ ਨਾਮ ਜਪ ਕੇ ਕੀਤੀ ਜਾਏ, ਆਪੇ ਹੀ ਜਾਪ ਬੰਦ ਹੋ ਜਾਂਦਾ ਹੈ, ਯਾਦ ਬਣ ਜਾਂਦੀ ਹੈ, ਕਿਉਂਕਿ ਉਸਦਾ ਰੂਪ ਨਹੀਂ, ਆਕਾਰ ਨਹੀਂ। ਸੂਰਤ ਨੂੰ ਟਿਕਾਉਣ ਲਈ ਅਸੀਂ ਉਸਦੇ ਗੁਣਾਂ ਨੂੰ ਯਾਦ ਕਰਦੇ ਹਾਂ। ਮੂਲ ਮੰਤਰ ਤੇ ਉਸਦੇ ਗੁਣ ਹੀ ਬਿਆਨ ਕਰਦਾ ਹੈ। ਗੁਰੂ ਨਾਨਕ ਦੇਵ ਜੀ ਜਪ ਬਾਣੀ ਵਿੱਚ ਕਿਹਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸਿਮਰਨ ਉਸਦੀਆਂ ਵਡਿਆਈਆਂ ਦੀ ਵਿਚਾਰ, ਉਸਦਾ ਸ਼ੁਕਰਾਨਾ, ਉਸਦੀ ਯਾਦ ਹੈ। ਜ਼ਰੂਰਤ ਹੈ ਸ਼ਬਦ ਸੂਰਤ ਤੇ ਮੇਲ ਦੀ। ਇਹ ਮਨ ਹਰ ਜੀਤ ਆਏ ਤੂੰ, ਇੱਕ ਮਨ ਇੱਕ ਚਿਤ ਪਾਏ। ਪਿਆਰ ਨਾਲ ਇਕਾਗਰ ਚਿਤ ਹੋ ਕੇ ਹਰੀ ਦਾ ਸਿਮਰਨ ਕਰਨਾ ਹੈ। ਇੱਕ ਸ਼ਬਦ ਅਸੀਂ ਹਰ ਖੁਸ਼ੀ ਦੇ ਮੌਕੇ ਤੇ ਪੜ੍ਹ ਦਿੰਦੇ ਹਾਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਹੇ, ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ। ਹਾਲਾਂਕਿ ਮੇਨ ਭਾਵ ਤਾਂ ਰਾਵ ਦੀ ਪੰਕਤੀ ਵਿੱਚ ਹੈ, ਮੇਰੇ ਮਨ ਏਕਸਿਓ ਚਿਤ ਲਾਏ। ਸਾਨੂੰ ਇਹ ਸਭ ਗੱਲਾਂ ਗੁਰੂ ਜੀ 550 ਸਾਲਾਂ ਤੋਂ ਕਹਿ ਰਹੇ ਨੇ। ਨਾਲ ਹੀ ਕੰਡੀਸ਼ਨ ਹੈ, ਜੇ ਸਤਿਗੁਰ ਮਿਹਰ ਕਰੇ, ਨਦਰ ਕਰੇ, ਫਿਰ ਸਾਨੂੰ ਉਸਦੇ ਮਿਹਰ ਦੇ ਪਾਤਰ ਬਣਨਾ ਹੋਵੇਗਾ। ਇਸ ਲਈ ਪਹਿਲੀ ਕੰਡੀਸ਼ਨ ਹੀ ਹੈ, ਪਹਿਲੀ ਗੱਲ ਹੀ ਹੈ ਕਿ ਸਿਮਰਨ ਕਰਨਾ ਹੋਵੇਗਾ। ਸੁਖਮਨੀ ਸਾਹਿਬ ਦੀ ਬਾਣੀ ਵਿੱਚ ਸ਼ੁਰੂਆਤ ਹੀ ਸਿਮਰਨ ਦੀ ਅਸਪਦੀ ਤੋਂ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, कल कलेश तन माहे मिटावो। अगे है, प्रभ को सिमरे तिन आनंद कनेरे, प्रभ को सिमरे बसे हर नेरे। नाम ही खजाना है, ओही तन साडे नाल जाएगा। जे मात पिता सुत मीत न पाई, मन उहा नाम तेरे संग सहाई। अखीरली अष्टपदी दे 6वें बंद विच तां गुरु जी ने कमाल ही कर दिता। सुनो, खेम शांत रिद्ध नवनिध बुद्ध ज्ञान सर्ब तै सिद्ध, विद्या तप जोग प्रभ ध्यान, ज्ञान श्रेष्ठ उत्तम स्नान, चार पदार्थ कमल प्रकाश, सबके मद सगलाते उदास, सुंदर चतुर तत् का बेता समदर्शी,
एक दृष्टेता ए फल तिस जन कै मुख बने, गुरु नानक नाम बचन मन सुने। इस विच कुशलता, शांति, नौ खजाने, चार पदार्थ, ताकतां, ज्ञान, विद्या, इक्को जिहा देखना लाइक ब्रह्म ज्ञानी, सुंदरता, चतुराई, प्रभु दा ज्ञान, जप तप सब कुछ पा दिता। दुनियाई भी ते आत्मक सुख भी, उच्ची अवस्था भी, मैनू नहीं लगता कुछ रह गया है। ये सारे खजाने पदार्थ, सारे फल उस मनुख के अंदर आ जाते हैं जो गुरु का बचन सुनता, प्रभु का नाम मूहों उचारता है ते मन ला के सुनता है। जब देखिए तो जो मैं प्रेजेंटेशन विच गल्लां मेंशन कीतियां सी, गुरुआं ने तो 500 साल पहले ही बाणी विच लिख दित्तियां सन। मैं क्या गल कीती सी गुणां दी, स्ट्रेंथ दी। परमात्मा ने साडे अंदर गुण पाए ने ते कुछ गुण अडाप्ट किए जा सकते ने, वर्त के वधाए जा सकते ने। परमात्मा तो गुणां दा खजाना है, उसकी खान है। असी उस वर्गा बनना है, गुण कह गुणी समावनिया है। गुरु अंगद देव जी फरमाया, आखन आख न रजिया, सुनन न रजे कन, अखी देख न रजिया, गुण गाहक वन, भुख्या भुख न उतरे, गली भुख न जाए। नानक भुखा तां रजे, जा गुण कह गुणी समाए। जे लोड़ां ते आशावां दा फर्क पता लग जाए ते केवल लोड़ां पूरियां करके संतोख विच रहे, ਤਾਂ ਫਿਰ ਮਨੁੱਖ ਅੱਗੇ ਅਧਿਆਤਮਿਕਤਾ ਵੱਲ, ਇਨਰ ਪੀਸ ਬਾਰੇ ਸੋਚ ਸਕਦਾ ਹੈ। ਜੋ ਹੈ ਉਸ ਵਿੱਚ ਸਬਰ ਸੰਤੋਖ ਵਿੱਚ ਰਹਿਣ ਦਾ ਮਾਈਂਡਸੈਟ ਬਣਾਉਣਾ ਹੈ। ਐਪਰੀਸ਼ੀਏਸ਼ਨ, ਐਕਸੈਪਟੈਂਸ ਵੱਧਦੀ ਹੈ, ਖੁਸ਼ਹਾਲੀ ਵੱਧਦੀ ਹੈ। ਫਰੀਦ ਜੀ ਫਰਮਾਇਆ, ਸਬਰ ਏ ਸੁਹਾਵ ਜੇ ਤੂੰ ਬੰਦਾ ਦਿੜ ਕਰੇ, ਵੱਧ ਥੀਵੇਂ ਦਰਿਆਓ ਟੁੱਟਣਾ ਥੀਵੇਂ ਪਹਾੜਾ। हे मंदे, जे तू सबर ਨੂੰ ਹਿਰਦੇ ਵਿੱਚ ਦ੍ਰਿੜ ਕਰੇ ਤਾਂ ਤੂੰ ਦਰਿਆ ਵਾਂਗ ਵਿਸ਼ਾਲ ਹੋ ਜਾਏਗਾ, ਛੋਟਾ ਵਹਿਣ ਨਹੀਂ ਬਣੇਗਾ, ਸਾਰਿਆਂ ਵਾਸਤੇ ਪਿਆਰ ਬਣੇਗਾ, ਤੰਗਦਿਲੀ ਨਹੀਂ ਹੋਏਗੀ। ਇੱਥੇ ਕਲਾਸ ਵਿੱਚ ਅਸੀਂ ਗੁਰੂ ਅਮਰਦਾਸ ਜੀ ਦੀ ਬਾਣੀ ਗੁਣ ਸੰਗ੍ਰਹ ਵਿੱਚੋਂ ਅਵਗੁਣ ਜਾਏ, ਪੂਰੇ ਗੁਰ ਕੇ ਸ਼ਹਿਬ ਸਮਾਏ, ਸ਼ਬਦ ਸਮਾਏ ਰਹਾਓ। ਵੀਰ ਗੁਰਚਰਨ ਸਿੰਘ ਹੋਰਾਂ ਤੋਂ ਉਸਦੀ ਵਿਚਾਰ ਸੁਣੀ ਸੀ ਕਿ ਗੁਣਾਂ ਨੂੰ ਇਕੱਠਿਆਂ ਕਰਕੇ ਗੁਰ ਸ਼ਬਦ ਰਾਹੀਂ ਪ੍ਰਭੂ ਵਿੱਚ ਟਿਕ ਸਕਦੇ ਹਾਂ। ਗੁਨਾਹ ਬਾਰੇ ਗੁਰੂ ਨਾਨਕ ਦੇਵ ਜੀ ਫਰਮਾਇਆ, ਗੁਨਾਹ ਕਾ ਹੋਵੇ ਵਾਸਲਾ ਕਢਵਾਸ ਲਈਜੇ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੇ। ਸਾਂਝ ਕਰੀਜੇ ਗੁਨਾਹ ਕੇਰੀ, ਛੋੜ ਅਵਗਨ ਚਲੀਏ, ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮਲੀਏ। ਜਿੱਥੇ ਜਾਏ ਬਹੀਏ ਭਲਾ ਕਹੀਏ, ਚੋਲ ਅੰਮ੍ਰਿਤ ਪੀਜੇ, ਗੁਨਾਹ ਕਾ ਹੋਵੇ ਵਾਸਲਾ ਕਢਵਾਸ ਲਈਜੇ। ਗੁਰਮੁਖਾਂ ਨੂੰ ਮਿਲ ਕੇ ਸਾਨੂੰ ਗੁਨਾਹ ਦੀ ਸਾਂਝ ਕਰਨੀ ਚਾਹੀਦੀ ਹੈ। ਪ੍ਰੇਮ ਦਾ ਵਰਤਾਅ ਕਰਕੇ ਵਿਕਾਰਾਂ ਦਾ ਟਾਕਰਾ ਕਰ ਸਕਦੇ ਹਾਂ। ਜਿੱਥੇ ਬੈਠੀਏ ਭਲਾਈ ਦੀ ਗੱਲ ਕਰੀਏ। ਜੇ ਸੈਂਟ ਦੀ ਬਾਟਲ ਹੋਵੇ ਤੇ ਵਰਤੀਏ ਨਾ ਤਾਂ ਕਿਸ ਕੰਮ ਦੀ? ਉਹ ਸੁਗੰਧ ਤੇ ਐਵੇਂ ਉੱਡ ਜਾਂਦੀ ਹੈ। ਜੇ ਗੁਣ ਹਨ ਤਾਂ ਵਰਤੀਏ ਤੇ ਵੰਡੀਏ। ਜੇ 10 ਸੈਕਿੰਡ ਵੀ ਸੈਂਟ ਦੀ ਸ਼ੀਸ਼ੀ ਖੋਲੀਏ ਤੇ ਉਸਦੀ ਸੁਗੰਧ ਕਾਫੀ ਦੇਰ ਰਹਿੰਦੀ ਹੈ। ਗੁਨਾਹ ਦਾ ਅਸਰ ਵੀ ਦੇਰ ਤੱਕ ਰਹਿੰਦਾ ਹੈ। ਮੈਂ ਗੱਲ ਕੀਤੀ ਸੀ ਜਨਰਾਸਿਟੀ ਦੀ, ਸ਼ੇਅਰਿੰਗ ਦੀ, ਕਾਈਂਡਨੈਸ ਦੀ। ਗੁਰੂ ਅਰਜਨ ਦੇਵ ਜੀ ਫਰਮਾਇਆ, ਏਕ ਪਿਤਾ ਏਕਸ ਕੇ ਹਮਾਰੇ, ਤੂੰ ਮੇਰਾ ਗੁਰ ਭਾਈ। ਸਾਡੇ ਇੱਕੋ ਪਿਤਾ ਹਨ, ਅਸੀਂ ਇੱਕੋ ਪ੍ਰਭੂ ਪਿਤਾ ਦੇ ਬੱਚੇ ਹਾਂ, ਤੂੰ ਮੇਰਾ ਗੁਰ ਭਾਈ ਹੈ। ਸੋ ਸਾਡੇ ਕਿਸੇ ਭੈਣ ਭਰਾ ਨੂੰ ਲੋੜ ਹੈ, ਉਹ ਫਾਈਨੈਂਸ਼ੀਅਲੀ ਵੈਲ ਆਫ ਨਹੀਂ, ਸਾਡੀ ਡਿਊਟੀ ਹੈ ਅਸੀਂ ਮਦਦ ਕਰੀਏ। ਗੁਰੂ ਨਾਨਕ ਦੇਵ ਜੀ ਫਰਮਾਇਆ, ਕਾਲ ਖਾਏ ਕਿ ਛੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਉਹੀ ਸਹੀ ਰਸਤਾ ਪਛਾਣਦੇ ਨੇ। ਮੇਰੇ ਖਿਆਲ ਵਿੱਚ ਤਾਂ ਗੁਨਾਹ ਵਿੱਚ ਸੋਸ਼ਲ ਜਸਟਿਸ, ਸਮਾਜਿਕ ਇਨਸਾਫ, ਇਕੁਅਲ ਰਾਈਟਸ, ਮੋਰਲ ਫੇਅਰਨੈਸ ਬਹੁਤ ਇੰਪੋਰਟੈਂਟ ਨੇ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਅਤਿਆਚਾਰ ਵਿਰੁੱਧ ਆਵਾਜ਼ ਉਠਾਈ। ਕੇਵਲ ਗੁਰੂ ਅਰਜਨ ਦੇਵ ਜੀ ਜਾਂ ਗੁਰੂ ਤੇਗ ਬਹਾਦਰ ਜੀ ਸ਼ਹੀਦ ਨਹੀਂ ਹੋਏ, ਗੁਰੂ ਗੋਬਿੰਦ ਸਿੰਘ ਜੀ ਵੀ ਪਠਾਨ ਦੇ ਵਾਰ ਕਰਕੇ ਸ਼ਹੀਦ ਹੋਏ। ਉਹਨਾਂ ਦੇ 4 ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ। ਕਿੰਨੇ ਗੁਰੂ ਕੇ ਲਾਲ ਸ਼ਹੀਦ ਹੋਏ। ਗੁਰੂ ਦੇ ਪਿਆਰੇ 40 ਮੁਕਤੇ ਮੈਂ ਨਹੀਂ ਜਾਣਦੀ ਕਿਸੇ ਹੋਰ ਕੌਮ ਨੂੰ ਇੰਨੀਆਂ ਸ਼ਹੀਦੀਆਂ ਦੇਣੀਆਂ ਪਈਆਂ। ਅਸੀਂ ਸਮਾਜਿਕ ਇਨਸਾਫ ਤੇ ਫੇਅਰਨੈਸ ਤੇ ਕਿੱਥੇ ਖੜੇ ਹਾਂ? ਅਸੀਂ ਲੋਅਰ ਕਾਸਟ ਦੇ
ਲੋਕਾਂ ਨੂੰ ਬਲੈਕਸ ਨੂੰ ਕਿਵੇਂ ਟ੍ਰੀਟ ਕਰਦੇ ਹਾਂ, ਅੰਡਰ ਪ੍ਰਿਵਿਲੇਜ ਦੀ ਮਦਦ ਕਰਦੇ ਹਾਂ। ਅਸੀਂ ਗੁਰੂਆਂ ਦੀਆਂ ਉਹਨਾਂ ਮਹਾਨ ਸਿੱਖਾਂ ਦੀਆਂ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਦਿਆਲਾ ਜੀ, ਉਹਨਾਂ ਦੀਆਂ ਜੀਵਨੀਆਂ ਪੜ੍ਹੀਏ। ਨਾਲ ਹੀ ਮੈਂਡੇਲਾ ਤੇ ਮਾਰਟਿਨ ਲੂਥਰ ਕਿੰਗ, ਜਿਨ੍ਹਾਂ ਨੇ ਇਨਸਾਫ ਲਈ ਲੜਾਈ ਕੀਤੀ। ਅਸੀਂ ਕੋਈ ਨਾ ਕੋਈ ਮੁੱਦਾ ਲੈ ਕੇ ਉਸ ਤੇ ਕੰਮ ਕਰੀਏ, ਕਿਸੇ ਦੇ ਕੰਮ ਆਈਏ। ਇਕੱਲਿਆਂ ਘੰਟਿਆਂ ਬੱਧੀ ਸਿਮਰਨ ਨਾਲ ਅਸੀਂ ਆਪਣਾ ਭਲਾ ਭਾਵੇਂ ਕਰਦੇ ਹਾਂ, ਪਰ ਅਸੀਂ ਕਿਸੇ ਦੇ ਕੰਮ ਹੀ ਨਹੀਂ ਆ ਰਹੇ। ਇਹ ਮੇਰੇ ਪਰਸਨਲ ਓਪੀਨੀਅਨ ਨੇ, ਹੋ ਸਕਦਾ ਹੈ ਤੁਸੀਂ ਇਸ ਨਾਲ ਸਹਿਮਤ ਨਾ ਹੋਵੋ। ਗੁਰੂ ਜੀ ਨੇ ਜੋਗੀਆਂ ਨੂੰ ਇਹੀ ਗੱਲ ਸਮਝਾਈ ਸੀ ਕਿ ਆਪਣੇ ਫਰਜ਼ ਪੂਰੇ ਕਰੋ, ਫੈਮਿਲੀ ਪ੍ਰਤੀ, ਸਮਾਜ ਪ੍ਰਤੀ। ਅਗਲਾ ਪੁਆਇੰਟ ਮੈਂ ਲਿਆ ਸੀ ਸ਼ੁਕਰਾਨਾ। ਜਿਸ ਪ੍ਰਭੂ ਦੀ ਕਿਰਪਾ ਸਦਕਾ ਅਸੀਂ ਇਹ ਸਰੀਰ ਪਾਇਆ, ਅਭੂਖਨ ਪੈਂਦੇ ਹਾਂ, 36 ਪ੍ਰਕਾਰ ਦੇ ਭੋਜਨ ਖਾਂਦੇ ਹਾਂ, ਉਸਦਾ ਸ਼ੁਕਰਾਨਾ ਕਰੀਏ। ਹੋਰ ਮੰਗਣ ਦੀ ਬਜਾਏ ਸ਼ਿਕਾਇਤਾਂ ਕਰਨ ਦੀ ਥਾਂ ਗੁਰੂ ਦੀ ਚੇਤਾਵਨੀ ਦਿੰਦੇ ਨੇ ਕਿ ਜੇ ਉਹ ਪਿਤਾ ਦਿੱਤਾ ਹੋਇਆ ਵੀ ਵਾਪਸ ਲੈ ਲਵੇ ਤਾਂ ਬੰਦੇ ਕੀ ਕਰੇਗਾ। 10 ਬਸਤੂਲੇ ਪਾਛੇ ਪਾਵੇ, ਇੱਕ ਬਸਤ ਕਾਰਨ ਵਿਖੋਟ ਗਵਾਵੇ। एक भी न दे 10 भी हिरले तो मूढ़ा कहो कहा करे। जिस ठाकुर से नाही चारा ताको कीजे सद नमस्कारा। उस प्रभु ਨੂੰ नमस्कार करिए, शुकराना करिए। गुरु जी ने दूजियां दे दया करन ते भी जोर दिता। गुरु नानक देव जी किया, दया तो ही धर्म पैदा हुंदा है। गुरबानी रूप आत्मक ज्ञान देंदियां गुरुआं ने सानू मकसद भरपूर लाइफ जीवन दी गल कीती। गुरु अर्जन देव जी ने ਤਾਂ ਸਾਨੂੰ ਆਪਣਾ ਮਕਸਦ ਲੱਭਣ ਦੀ ਭਟਕਣਾ ਤੋਂ ਹੀ ਬਚਾ ਦਿੱਤਾ। ਉਹਨਾਂ ਕਲੀਅਰਲੀ ਦੱਸਿਆ ਹੈ, ਭਈ ਪ੍ਰਾਪਤ ਮਾਨੁਕ ਤਿਉੜਿਆ, ਗੋਬਿੰਦ ਮਿਲਣਗੇ ਇਹ ਤੇਰੀ ਬਰੀਆ। ਅਵਰ ਖਾਸ ਤੇ ਕਿਤੇ ਨਾ ਖਾਮ ਨੇ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਵਿੱਚ ਸਾਨੂੰ ਗੁਰੂ ਦੀ ਸੋਝੀ ਹੁੰਦੀ ਹੈ, ਗੁਰਬਾਣੀ ਤੋਂ ਸਮਝ ਪੈਂਦੀ ਹੈ ਕਿ ਸਿਮਰਨ ਕਰਦੇ ਹਾਂ, ਚੰਗੇ ਕੰਮ ਕਰਦੇ ਹਾਂ, ਕਿਸ ਤਰ੍ਹਾਂ ਦਾ ਜੀਵਨ ਜਿਉਣਾ ਹੈ। ਜੇ ਅਸੀਂ ਫੈਮਿਲੀ ਰਿਲੇਸ਼ਨ ਕਲੋਜ਼ਨੈਸ ਦੀ ਗੱਲ ਕੀਤੀ ਸੀ ਤਾਂ ਗੁਰੂਆਂ ਨੇ ਸਾਨੂੰ ਦੱਸਿਆ ਕਿਹੜੇ ਗੁਣ ਧਾਰਨ ਕਰਨ ਨਾਲ ਸਾਡੇ ਰਿਸ਼ਤੇ ਨਿਭ ਜਾਣਗੇ। ਸ਼ੇਖ ਫਰੀਦ ਜੀ ਫਰਮਾਇਆ, ਨਿਵਨ ਸੁ ਅੱਖਰ ਖਵਨ ਗੁਣ ਜੇਬਾ ਮਨੀਆ ਮੰਤ, ਐਤਰੇ ਪੈਨੇ ਵੇਸ ਕਰ ਤਾਂ ਵਾਸਾ ਵੀ ਕੰਤ। ਨਿਮਰਤਾ, ਮਿੱਠੇ ਬੋਲ, ਸਹਿਣ ਸ਼ਕਤੀ ਕਿੰਨੇ ਵੱਡੇ ਗੁਣ ਹਨ। ਹੋਰ ਰਿਸ਼ਤੇ ਕੀ, ਰੱਬ ਵੀ ਇਹਨਾਂ ਨਾਲ ਰੀਝ ਜਾਂਦਾ ਹੈ। ਜੇ ਵੇਖੀਏ ਤਾਂ ਸਾਰੇ ਗੁਰੂਆਂ ਦੇ ਮਹਿਲ, ਮਾਤਾ ਸੁਲੱਖਣੀ ਜੀ, ਮਾਤਾ ਖੀਵੀ ਜੀ ਤੋਂ ਲੈ ਕੇ ਮਾਤਾ ਜੀਤੋ ਜੀ ਸਾਹਿਬ, ਮਾਤਾ ਸਾਹਿਬ ਕੌਰ, ਸਭ ਨੇ ਗੁਰੂਆਂ ਦਾ ਸਾਥ ਦਿੱਤਾ। ਕਿੰਨੇ ਸੈਕਰੀਫਾਈਸਿਸ ਕੀਤੇ। ਧਰਮ ਪ੍ਰਚਾਰ ਨਾਲ ਨਾਲ ਸਿੱਖਾਂ ਲਈ ਲੰਗਰ, ਅੰਥਕ ਸੇਵਾ ਕੀਤੀ। ਕਈ ਲੋਕ ਕਹਿੰਦੇ ਨੇ ਫੈਮਿਲੀ ਰਹਿ ਕੇ ਪ੍ਰਭੂ ਨਹੀਂ ਪਾਇਆ ਜਾ ਸਕਦਾ, ਲੋਕਾਂ ਨਾਲ ਗੱਲਾਂ ਫਿਜ਼ੂਲ ਨੇ, ਵੱਧ ਤੋਂ ਵੱਧ ਸਿਮਰਨ ਕਰੋ। ਮੈਂ ਵੀ ਆਪਣੇ ਫਰੈਂਡਸ ਨੂੰ ਕੱਟ ਆਫ ਕਰ ਦਿੱਤਾ। ਕੋਵਿਡ ਵੇਲੇ ਰਿਅਲਾਈਜ਼ ਕੀਤਾ ਵੀ ਨੀਡ ਸਾਧ ਸੰਗਤ। ਅਸੀਂ ਤਾਂ ਰੋਜ਼ ਅਰਦਾਸ ਕਰਦੇ ਹਾਂ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ। ਸੋ ਇਹ ਸਿੱਖ ਮਿਸ਼ਨਰੀ ਕਾਲਜ ਦੀ ਕਲਾਸ ਵਾਸ ਗॉड ਸੈਂਡ, ਸੋ ਥੈਂਕ ਯੂ ਫॉर दैट। ਦੂਜੇ ਪਾਸੇ ਮੈਂ ਡਿਪਰੈਸ ਪੇਸ਼ੈਂਟਸ ਨਾਲ ਗੱਲ ਕਰਨੀ ਤਾਂ ਉਹਨਾਂ ਨੂੰ ਸੋਸ਼ਲਾਈਜ਼ ਹੋਣ ਲਈ ਕਹਿਣਾ, ਗੁਰੂ ਜੀ ਵੀ ਕਿਹਾ ਹੈ ਦੁਨਿਆਵੀ ਰਿਸ਼ਤੇ ਅਸਥਾਈ ਨੇ। ਮੈਨੂੰ ਲੱਗੇ ਮੈਂ ਗੁਰਬਾਣੀ ਦੇ ਉਲਟ ਤਾਂ ਨਹੀਂ ਸੁਜੈਸਟ ਕਰ ਰਹੀ। ਅਸਲੀਅਤ ਹੈ ਹਰ ਜੀਵ ਹੀ ਨਹੀਂ, ਪਰਮਾਤਮਾ ਵੀ ਪਿਆਰ ਨਾਲ ਹੀ ਭਤੀਜਦਾ ਹੈ। ਭਗਤ ਰਵਿਦਾਸ ਜੀ ਕਹਿੰਦੇ ਨੇ, ਜੋ ਹਮ ਬਾਂਧੇ ਮੋਹ ਪਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ, ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਅਸੀਂ ਤੈਨੂੰ ਪ੍ਰੇਮ ਵਿੱਚ ਬੰਨ ਲਿਆ ਹੈ, ਹੁਣ ਤੂੰ ਸਾਡੇ ਪਿਆਰ ਦੇ ਚੱਕਰ ਵਿੱਚੋਂ ਕਿਵੇਂ ਨਿਕਲੇਗਾ। ਜੀਵਾਂ ਵਿੱਚ ਪ੍ਰਭੂ ਹੈ, ਜੀਵਾਂ ਨੂੰ ਪਿਆਰ ਕਰਕੇ ਹੀ ਅਸੀਂ ਪ੍ਰਭੂ ਨੂੰ ਪਿਆਰ ਕਰ ਸਕਦੇ ਹਾਂ। ਇਹ ਵੀ ਜ਼ਰੂਰੀ ਹੈ ਕਿ ਅਸੀਂ ਆਪਣੇ ਲੋਕਾਂ ਪ੍ਰਤੀ ਫਰਜ਼ ਪੂਰੇ ਕਰਨੇ, ਪਰ ਪ੍ਰਮਾਤਮਾ ਨੂੰ ਭੁੱਲਣਾ ਨਹੀਂ। ਮੋਹ ਤੇ ਪ੍ਰੇਮ ਵਿੱਚ ਫਰਕ ਹੈ, ਸਾਨੂੰ ਉਸਦਾ ਅੰਤਰ ਪਤਾ ਹੋਣਾ ਚਾਹੀਦਾ ਹੈ। ਸਾਡੇ ਰਿਸ਼ਤੇ ਵੀ ਪ੍ਰਭੂ ਦੀ ਦਾਤ ਹਨ, ਉਹਨਾਂ ਨੂੰ ਨਰਚਰ ਕਰਨਾ ਹੈ, ਪਰ ਪਰਮਾਤਮਾ ਨੂੰ ਯਾਦ ਰੱਖ ਕੇ। ਆਓ ਹੁਣ ਅਧਿਆਤਮਿਕਤਾ ਵੱਲ ਪੈਰ ਪੁੱਟੀਏ। ਗੁਰੂ ਤੇਗ ਬਹਾਦਰ ਜੀ ਫਰਮਾਇਆ, ਜੋ ਸੁਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲੈ, ਕਹੋ ਨਾਨਕ ਸੁਣ ਰਹੇ ਮਨਾ, ਦੁਰਲਭ ਮਾਨੁਖ ਤੇ। ਸੋ ਸਾਨੂੰ ਗੁਰੂ ਵਾਹਿਗੁਰੂ ਦੀ ਸ਼ਰਨ ਵਿੱਚ ਆਉਣਾ ਹੋਏਗਾ,
ਸ਼ਰਨ ਲੈਣਾ ਇਜ਼ ਇਕੁਅਲ ਟੂ ਆਸਰਾ ਲੈਣਾ। ਜਿਵੇਂ ਸ਼ਰਨਾਰਥੀ ਨਵੇਂ ਦੇਸ਼ ਵਿੱਚ ਸ਼ਰਨ ਲੈਂਦੇ ਨੇ, ਉਹ ਐਕਸਪੈਕਟ ਕਰਦੇ ਨੇ ਕਿ ਨਵਾਂ ਦੇਸ਼ ਪ੍ਰੋਟੈਕਟ ਕਰੇਗਾ, ਸੁੱਖ ਦੇਵੇਗਾ। ਉਸ ਦੇਸ਼ ਦੀਆਂ ਕੰਡੀਸ਼ਨਸ, ਸ਼ਰਤਾਂ ਕਬੂਲਦੇ ਨੇ। ਜਿਵੇਂ ਅਸੀਂ ਅਮਰੀਕਾ ਆ ਕੇ ਆਪਣੀ ਇੰਡੀਅਨ ਸਿਟੀਜ਼ਨਸ਼ਿਪ ਛੱਡੀ, ਸੱਜੇ ਪਾਸੇ ਕਾਰ ਚਲਾਉਂਦੇ ਹਾਂ। ਜੇ ਅਸੀਂ ਚਾਹੁੰਦੇ ਹਾਂ ਕਿ ਹਰੀ ਸਾਨੂੰ ਪ੍ਰੋਟੈਕਟ ਕਰੇ, ਖੁਸ਼ੀ ਦੇਵੇ, ਹਰੀ ਦੀਆਂ ਸ਼ਰਤਾਂ ਜੋ ਪ੍ਰਭੂ ਰੂਪ ਗੁਰੂਆਂ ਨੇ ਗੁਰਬਾਣੀ ਵਿੱਚ ਦਰਜ ਕੀਤੀਆਂ ਨੇ, ਸੁੱਖ ਖੁਸ਼ੀਆਂ ਪ੍ਰਾਪਤੀ ਲਈ ਜੋ ਸਾਧਨ ਦੱਸੇ ਨੇ, ਆਪਾ ਸਮਰਪਣ ਕਰਕੇ ਪੂਰੀ ਤਰ੍ਹਾਂ ਪਾਲਣ ਕਰਨੇ ਹੋਣਗੇ। ਹਰੇ ਦੀਆਂ ਖੁਸ਼ੀਆਂ ਦੇ ਪਾਤਰ ਬਣਨ ਲਈ ਸ਼ਰਤ ਹੈ, ਤਨ ਮਨ ਤਨ ਸਭ ਸੌ ਗੁਰ ਕੋ ਹੁਕਮ ਮਨੀਏ ਪਾਈਏ। ਕੇਵਲ ਗੁੰਜਾ ਸਿਮਰਨ ਹੀ ਨਹੀਂ, ਟੋਟਲ ਆਪਾ ਸਮਰਪਣ ਕਰਕੇ ਹੁਕਮ ਮੰਨਣਾ ਹੋਏਗਾ। ਆਤਮਕ ਆਨੰਦ। ਜਿੱਥੇ ਗੁਰਬਾਣੀ ਵਿੱਚ ਦੁੱਖਾਂ ਤੋਂ ਨਿਵਰਤੀ ਕੁਸ਼ਲਤਾ ਦਾ ਵਰਣਨ ਹੈ, ਉੱਥੇ ਆਨੰਦ, ਬਲਿਸ, ਇੱਕ ਆਤਮਕ ਅਵਸਥਾ ਦਾ ਬਿਆਨ ਹੈ। ਆਤਮਕ ਆਨੰਦ ਜੋ ਆਤਮਾ ਫੀਲ ਕਰਦੀ ਹੈ। ਆਨੰਦ ਸ਼ਬਦ ਸੰਸਕ੍ਰਿਤ ਤੋਂ ਆਇਆ ਹੈ। ਨੰਦ ਹੈ ਖੁਸ਼ੀ, ਟੂ ਰਿਜੋਇਸ। ਇੰਗਲਿਸ਼ ਵਿੱਚ ਇਸ ਨੂੰ ਬਲਿਸ, ਐਕਸਟੈਸੀ ਵੀ ਕਹਿੰਦੇ ਨੇ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਆਤਮਕ ਆਨੰਦ ਦੇ ਵਿਸਮਾਦ ਉਨਮਨ ਰਸ ਵਿੱਚ ਮਗਨ ਹੋ ਕੇ ਮਨੁੱਖਤਾ ਦੇ ਕਲਿਆਣ ਲਈ ਰਾਮਕਲੀ ਰਾਗ ਵਿੱਚ ਆਨੰਦ ਬਾਣੀ ਰਚੀ। ਗੁਰੂ ਅਮਰਦਾਸ ਜੀ ਕਿਹਾ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਹੇ ਮੇਰੀ ਮਾਏ, ਮੈਨੂੰ ਸਦੀਵੀ ਸੁਖ ਰੂਪ ਆਤਮਕ ਆਨੰਦ ਪ੍ਰਾਪਤ ਹੋਇਆ ਹੈ। ਸਤਿਗੁਰੂ ਦਾ ਮੇਲ ਸੁੱਤੇ ਸਿੱਧ ਹੋ ਗਿਆ ਹੈ। ਸਹਿਜ ਆਨੰਦ ਦੇ ਪ੍ਰਾਪਤ ਹੋਣ ਨਾਲ ਜੋ ਅੰਦਰਲੀ ਖੁਸ਼ੀ ਉਪਜੀ ਹੈ, ਉਤਸ਼ਾਹ ਹੈ, ਉਹ ਮੰਗਲ ਰੂਪ ਹੈ। ਮਨ ਵਿੱਚ ਵਧਾਈਆਂ ਸੰਗੀਤਕ ਰਸ ਦੇ ਰੂਪ ਵਿੱਚ ਵੱਜ ਰਹੀਆਂ ਹਨ। ਅਨਹਦ ਨਾਦ ਹੋ ਰਹੇ ਨੇ। ਇਸੀ ਖੁਸ਼ੀ ਦਾ ਪ੍ਰਗਟਾਅ ਸਾਰੀ ਰਚਨਾ ਵਿੱਚ ਪਸਰਿਆ ਹੈ। ਉਹਨਾਂ ਕਿਹਾ, ਸੁਰਨਾ ਮੁੰਜਨ ਅੰਮ੍ਰਿਤ ਖੋਜੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਹੈ ਪ੍ਰਭੂ ਦਾ ਨਾਮ ਜੋ ਸੱਚਾ ਹੈ ਤੇ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਆਨੰਦ ਤੋਂ ਭਾਵ ਆਤਮਕ ਆਨੰਦ ਜਾਂ ਸ਼ਾਂਤੀ ਹੈ। ਸੁੰਦਰ ਪਦਾਰਥਾਂ ਦੇ ਭੋਗ, ਬਾਹਰ ਮੁਖੀ ਮਿੱਤਰਾਂ ਸੰਬੰਧੀਆਂ ਦਾ ਮੇਲ, ਉਹਨਾਂ ਦੀ ਵਾਹ ਆਨੰਦ ਦੇ ਪ੍ਰਤੀਕ ਨਹੀਂ। ਜਦੋਂ ਤੱਕ ਇਸ ਪ੍ਰਕਾਰ ਦੀਆਂ ਭੁੱਖਾਂ ਹਨ, ਰਜੇਵਾਂ ਨਹੀਂ ਆ ਸਕਦਾ। ਜਦੋਂ ਤੱਕ ਹਿਰਦੇ ਵਿੱਚ ਪਦਾਰਥਾਂ ਦਾ ਮੋਹ ਹੈ, ਜੀਵ ਆਤਮਾ ਦੀ ਤ੍ਰਿਪਤੀ ਨਹੀਂ ਹੋ ਸਕਦੀ। ਉਹ ਆਤਮ ਰਸ ਤੋਂ ਸਖਣਾ ਹੈ। ਗੁਰੂ ਨੂੰ ਮਿਲ ਕੇ ਸਮਰਪਿਤ ਹੋ ਕੇ ਅਜਿਹਾ ਆਨੰਦ ਹੈ ਜਿਸ ਦਾ ਵਰਣਨ ਨਹੀਂ ਹੋ ਸਕਦਾ। ਜ਼ਰੂਰਤ ਹੈ ਸਾਚੀ ਲਿਵ ਦੀ, ਗੁਰੂ ਦੀ ਕਿਰਪਾ ਦੀ। ਕਹਿਣ ਨਾ ਤਾਂ ਹਰ ਕੋਈ ਆਨੰਦ ਦਾ ਹੋਕਾ ਦਿੰਦਾ ਹੈ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਗੁਰੂ ਦੀ ਕਿਰਪਾ ਨਾਲ ਹੀ ਸਹਿਜ ਅਵਸਥਾ ਮਿਲਦੀ ਹੈ। ਕਰਮੀ ਸਹਿਜ ਨਾ ਉਪਜੇ, ਬਿਨ ਸਹਿਜੇ ਸਹਿਸਾ ਨਾ ਜਾਏ। ਗੁਰੂ ਜੀ ਨੇ ਪ੍ਰਸ਼ਨ ਉਠਾਇਆ, ਸਹਿਸਾ ਕਿਵੇਂ ਦੂਰ ਹੋਏ? ਮਨ ਧੋਵੋ, ਸ਼ਬਦ ਲਾਗੋ, ਹਰਸਿਓ ਰਹੋ ਚਿਤ ਲਾਏ। ਮਨ ਨੂੰ ਪਵਿੱਤਰ ਰੱਖੋ, ਨਾਮ ਜਾਂ ਸ਼ਬਦ ਵਿੱਚ ਚਿਤ ਰੱਖੋ। ਸੋ ਗੁਰੂ ਜੀ ਨੇ ਇਸ ਸਹਿਜ ਆਨੰਦ ਦੇ 3 ਮੁੱਖ ਸਾਧਨ ਦੱਸੇ ਨੇ। ਮਨ ਦੀ ਸਫਾਈ, ਗੁਰੂ ਦੇ ਸ਼ਬਦ ਵਿੱਚ ਜੁੜਨਾ, ਪ੍ਰਭੂ ਦਾ ਹਰ ਵੇਲੇ ਸਿਮਰਨ। ਆਨੰਦ ਬਾਣੀ ਵਿੱਚ ਗੁਰੂ ਜੀ ਨੇ ਸਰੀਰ, ਮਨ, ਨੇਤਰਾਂ, ਸ਼ਰਵਣਾਂ ਨੂੰ ਸੰਬੋਧਨ ਕਰਕੇ ਉਹਨਾਂ ਦਾ ਮਕਸਦ ਸਮਝਾਇਆ, ਨਾਲ ਦੱਸਿਆ ਕਿਹੜੀਆਂ ਚੀਜ਼ਾਂ ਤੋਂ ਸੁਚੇਤ ਰਹਿਣਾ ਹੈ। ਆਨੰਦ ਐਸੀ ਅਵਸਥਾ ਦਾ ਨਾਮ ਹੈ ਜਿੱਥੇ ਖੁਸ਼ੀ, ਖੇੜਾ, ਵਿਸਮਾਦ, ਸਦੀਵੀ ਵਿਕਾਸ ਹੈ। ਪ੍ਰਭੂ ਮਿਲਾਪ ਦੀ ਅਵਸਥਾ ਹੈ। ਇਸ ਅਵਸਥਾ ਵਿੱਚ ਆਸ਼ਾਵਾਂ, ਤ੍ਰਿਸ਼ਨਾਵਾਂ, ਵਿਕਾਰ ਖਤਮ ਹੋ ਜਾਂਦੇ ਨੇ। ਨਕਾਰਾਤਮਕ ਸੋਚ ਖਤਮ ਹੋ ਜਾਂਦੀ ਹੈ। ਵਿਵੇਕ ਬੁੱਧੀ ਹੈ। ਧਰਮ, ਅਧਰਮ, ਪਾਪ, ਪੁੰਨ, ਠੀਕ ਗਲਤ ਦੇ ਅੰਤਰ ਦਾ ਗਿਆਨ ਹੈ। ਮਨ, ਬਚਨ, ਕਰਮਾਂ ਵਿੱਚ ਇਕਸਾਰਤਾ ਆ ਜਾਂਦੀ ਹੈ। ਸਹਿਜ ਹੈ। ਮਨੁੱਖ ਸਭ ਜੀਵਾਂ ਵਿੱਚ, ਪਸ਼ੂ ਪੰਛੀਆਂ, ਬਨਸਪਤੀ ਵਿੱਚ ਰੱਬ ਦੇਖਦਾ ਹੈ। ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚਿੰਤਾ, ਫਿਕਰ, ਵਹਿਮ ਦੂਰ ਹੋ ਜਾਂਦੇ ਹਨ। ਊਚ ਨੀਚ, ਜਾਤ ਪਾਤ, ਅਮੀਰ ਗਰੀਬ ਦੇ ਵਿਤਕਰੇ ਖਤਮ ਹੋ ਜਾਂਦੇ ਹਨ। ਜ਼ਿੰਦਗੀ ਵਿੱਚ ਸਕਾਰਾਤਮਕ ਸੋਚ, ਰੱਬੀ ਗੁਣ ਹਨ। ਸੱਚ, ਧਰਮ, ਦਇਆ, ਧੀਰਜ, ਸੰਤੋਖ, ਨਿਮਰਤਾ, ਕੁਰਬਾਨੀ ਤੇ ਸੇਵਾ ਦੀ ਭਾਵਨਾ ਆ ਜਾਂਦੀ ਹੈ। ਮਨੁੱਖ ਨੂੰ ਗੁਰੂ ਦਾ ਗਿਆਨ, ਜੀਵਨ ਦੀ ਜੁਗਤ, ਗੁਰ ਉਪਦੇਸ਼ ਦੀ ਸਮਝ ਆ ਜਾਂਦੀ ਹੈ। ਮਨੁੱਖ ਦਾ ਨਜ਼ਰੀਆ ਬਦਲ ਜਾਂਦਾ ਹੈ। ਜ਼ਿੰਦਗੀ ਵਿੱਚ ਦੁੱਖ ਸੁੱਖ ਦੋਵੇਂ ਆਉਂਦੇ ਨੇ, ਪਰ ਨਜ਼ਰੀਏ ਬਦਲਣ ਨਾਲ, ਆਨੰਦ ਦੀ ਸੋਚ ਨਾਲ
ਪ੍ਰਭੂ ਦੀ ਰਜਾ ਵਿੱਚ ਆਨੰਦ ਮਹਿਸੂਸ ਹੁੰਦਾ ਹੈ। ਜੇ ਵੇਖੇ ਤੇਹਾ ਵੇਖ, ਵਿਗਾਸ ਦੇ ਮੋਗੇ ਦਿਸਦੇ ਨੇ। ਹਰ ਕੋਈ ਆਪਣਾ ਦਿਸਦਾ ਹੈ, ਸਭ ਵਿੱਚ ਰੱਬ ਨਜ਼ਰ ਆਉਂਦਾ ਹੈ। ਜ਼ਿੰਦਗੀ ਵਿੱਚ ਸਹਿਜ ਤੇ ਅਟੁੱਲਤਾ ਹੈ। ਸਾਰੇ ਹੀ ਮਨੋਰਥ ਪੂਰੇ ਹੋ ਜਾਂਦੇ ਹਨ। ਮਨ ਦੇ ਫੁਰਨੇ, ਮਨ ਦੀਆਂ ਦੌੜਾਂ, ਤ੍ਰਿਸ਼ਨਾਵਾਂ, ਮਨ ਦੇ ਮੋਹ, ਲਾਲਚ ਸਭ ਮੁੱਕ ਜਾਂਦੇ ਨੇ। ਅਸੀਂ ਸਮਝ ਆਏ ਹਾਂ ਕਿ ਕਾਰ, ਜ਼ਮੀਨ, ਵੱਡੀ ਪਦਵੀ, ਅਹੁਦੇ ਨਹੀਂ, ਹੁਣ ਤੇ ਕੋਈ ਆਸ਼ਾ ਹੀ ਨਹੀਂ। ਗੁਰਮੁਖ ਪਏ ਨਿਰਾਸ ਪਰਮ ਸੁਖ ਪਾਇਆ। ਤ੍ਰਿਸ਼ਨਾ, ਭੁੱਖਾਂ, ਚਿੰਤਾ, ਚੋੜੇ ਸਭ ਮੁੱਕ ਜਾਂਦੇ ਹਨ। ਹੁਣ ਕੋਈ ਮਨਸ਼ਾ ਥੋੜਾ ਨਹੀਂ। ਦੁੱਖ, ਰੋਗ, ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਗੁਰੂ ਦਾ ਗਿਆਨ ਹਿਰਦੇ ਵਿੱਚ ਵਸ ਗਿਆ ਹੈ। ਜ਼ਿੰਦਗੀ ਗੁਰੂ ਦੇ ਹੁਕਮਾਂ ਅਨੁਸਾਰ ਜੀਵਿਆਂ, ਇੰਦਰੇ ਰੱਬ ਦੇ ਪਿਆਰੇ ਰਸ ਨਾਲ ਭਰ ਗਏ। ਸ਼ੁਭ ਗੁਣ ਆ ਗਏ, ਖੇੜਾ ਆ ਗਿਆ। ਇਹ ਵੇ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰੂ ਦਾ ਗਿਆਨ ਲੈ ਕੇ ਸਮਝ ਆ ਗਈ ਕਿ ਸਭ ਵਿੱਚ ਰੱਬ ਹੈ। ਗੁਰਮੁਖ ਜਨ ਨਾਮ ਨਾਲ ਰਸਮਈ ਹੋ ਜਾਂਦੇ ਹਨ। ਸੁਣਨ ਵਾਲਿਆਂ ਅੰਦਰ ਗੁਣਾਂ ਦੇ ਵਾਜੇ ਵੱਜਦੇ ਨੇ, ਖੇੜੇ ਤੇ ਖੁਸ਼ੀਆਂ ਦੇ ਵਾਜੇ ਵੱਜਦੇ ਨੇ। ਗੁਰੂ ਅਮਰਦਾਸ ਜੀ ਫਰਮਾਇਆ, ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਇਹ ਗੂੰਗੇ ਦੇ ਗੁੜ ਖਾਣ ਵਾਂਗ ਅਕਹਿ ਹੈ। ਸਹਿਜ ਦੇ ਵਿਚਾਰ ਵੀ ਕਠਿਨ ਨੇ। ਕਈ ਲੋਕ ਅਨਹਦ ਸ਼ਬਦ ਦਸਮ ਦੁਆਰ ਨੂੰ ਬਿਲਕੁਲ ਨਖਾਰਦੇ ਨੇ। ਗੁਰੂ ਅਮਰਦਾਸ ਜੀ ਕਿਹਾ, ਗੁਰਦੁਆਰੇ ਲਾਏ ਪਾਵਨੀ ਨਾ 10ਵਾਂ ਦੁਆਰ ਦਿਖਾਇਆ। ਮੈਨੂੰ ਇਹਨਾਂ ਚੀਜ਼ਾਂ ਦਾ ਅਨੁਭਵ ਨਹੀਂ। ਇਸ ਦਾ ਮਤਲਬ ਇਹ ਨਹੀਂ ਕਿ ਮੈਂ ਕਹਾਂ ਗੁਰੂ ਜੀ ਨੇ ਵਾਜੇ ਅਨਹਦ ਤੂਰੇ ਐਵੇਂ ਹੀ ਲਿਖ ਦਿੱਤਾ ਹੈ। ਮੈਨੂੰ ਕੋਈ ਅਥਾਰਟੀ ਨਹੀਂ ਕਿ ਮੈਂ ਕਹਾਂ ਐ ਨਹੀਂ ਵੱਜਦੇ। ਜਿਸ ਤਰ੍ਹਾਂ ਮਨ, ਚਿੱਤ, ਬੁੱਧੀ, ਸੂਰਤ ਸਭ ਦਿਮਾਗ ਦੀਆਂ ਫੰਕਸ਼ਨਸ ਹਨ, ਦਿਮਾਗ ਨਹੀਂ, ਮਨ ਬ੍ਰੇਨ ਨਹੀਂ ਹੈ, ਉਵੇਂ ਹੀ ਸਾਡੇ ਅੰਦਰ ਨਿਜ ਘਰ ਦਾ ਵਾਸ ਹੈ, ਉਸਦਾ ਦੁਆਰ ਹੈ। ਉਹ ਕੋਈ ਬੂਹਾ ਨਹੀਂ ਲੱਗਾ ਹੋਇਆ। ਇਹ ਅਨੁਭਵ ਦੀਆਂ ਚੀਜ਼ਾਂ ਨੇ ਜੋ ਆਤਮਕ ਅਵਸਥਾ ਦੇ ਅਨੁਭਵ ਹਨ। ਉਹਨਾਂ ਅਨੁਭਵਾਂ ਲਈ ਦਿਮਾਗ ਦੀ ਲੋੜ ਹੈ, ਪਰ ਉਹ ਦਿਮਾਗ ਨਹੀਂ। ਬ੍ਰੇਨ ਸਰਜਨ ਕੈਨਟ ਸੀ them। ਉਹ ਬ੍ਰੇਨ ਦੇਖ ਸਕਦਾ ਹੈ। MRI ਤੇ ਭਾਵੇਂ ਵੇਖ ਸਕੇ ਕਿ ਕਿਹੜੇ ਦਿਮਾਗ ਦੇ ਹਿੱਸੇ ਇਹਨਾਂ ਅਨੁਭਵਾਂ ਨਾਲ ਲਾਈਟ ਅਪ ਹੁੰਦੇ ਨੇ। ਗੁਰੂ ਅਮਰਦਾਸ ਜੀ ਪੇਜ 126 ਤੇ ਫਰਮਾਇਆ ਹੈ, ਨੋਦਰ ਠਾਕੇ ਤਾਵਤ ਰਹਾਏ, 10ਵੇਂ ਨਿਜ ਘਰ ਵਾਸਾ ਪਾਏ। ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਨਿਆ। ਅੱਗੇ ਕਿਹਾ, ਸਤਗੁਰ ਹੱਥ ਕੁੰਜੀ, ਹੋਰਤ ਦਰ ਖੁੱਲੇ ਨਹੀਂ, ਗੁਰ ਪੂਰੇ ਭਾਗ ਮਿਲਾਵਨਿਆ। ਭਾਵ ਸਤਗੁਰ ਦੇ ਉਪਦੇਸ਼ ਸੇ ਚੱਲ ਕੇ 10ਵੇਂ ਦੁਆਰ ਅਨਹਦ ਵਾਜਿਆਂ ਵਾਲੇ ਅਨੁਭਵ ਹੋ ਸਕਦੇ ਹਨ। ਇਹ ਅਨੁਭਵ ਹਨ, ਦਿਮਾਗ ਨਹੀਂ। ਜਿਵੇਂ ਆਨੰਦ, ਦਿਮਾਗ ਤਾਂ ਅਸੀਂ ਬਚਪਨ ਤੋਂ ਵਰਤ ਰਹੇ ਹਾਂ ਬਿਨਾਂ ਕਿਸੇ ਕੁੰਜੀ ਦੇ। ਐਨੀਵੇ, ਸਾਡਾ ਮਕਸਦ ਅਨਹਦ ਵਾਜੇ ਦੁਆਰ ਖੋਲ੍ਹਣੇ ਨਹੀਂ। ਸਾਡਾ ਮਕਸਦ ਹੈ ਪ੍ਰਭੂ ਨਾਲ ਅਭੇਦਤਾ, ਪ੍ਰਭੂ ਮਿਲਾਪ। ਇੱਕ ਕਹਾਣੀ ਹੈ। ਇੱਕ ਅਧਿਆਪਕ ਨੇ ਸਟੂਡੈਂਟਸ ਨੂੰ ਪੁੱਛਿਆ ਕਿ ਰੱਬ ਕਿੱਥੇ ਵਸਦਾ ਹੈ। ਸਭ ਨੇ ਕਿਹਾ ਰੱਬ ਸਭ ਥਾਂ ਵਸਦਾ ਹੈ, ਪਰ ਇੱਕ ਸਟੂਡੈਂਟ ਨੇ ਹੱਥ ਖੜਾ ਕਰਕੇ ਕਿਹਾ, ਉਹ ਇੱਕ ਥਾਂ ਨਹੀਂ ਵਸਦਾ, ਉਹ ਸਾਡੇ ਚਿੱਤ ਵਿੱਚ, ਯਾਦ ਵਿੱਚ ਨਹੀਂ ਵਸਦਾ। ਸੱਚ ਤਾਂ ਇਹੀ ਹੈ, ਅਸੀਂ ਉਸਨੂੰ ਵਿਸਰ ਜਾਂਦੇ ਹਾਂ। ਪ੍ਰਭੂ ਸਾਡੇ ਅੰਦਰ ਹੈ, ਪਰ ਅਸੀਂ ਉਸਨੂੰ ਦੇਖਿਆ ਨਹੀਂ, ਮਹਿਸੂਸ ਨਹੀਂ ਕੀਤਾ। ਗੁਰੂ ਅਰਜਨ ਦੇਵ ਜੀ ਫਰਮਾਇਆ, ਪਾਂਬੇਰੀ ਕੇ ਪਾਤ ਪੜ ਦੋ, ਬਿਨ ਪੇਖੇ ਦੁਰਾਇਓ, ਪਇਓ ਕਿਰਪਾਲ ਸਰਬ ਕੋ ਠਾਕੁਰ, ਸਗਰੋ ਦੁਖ ਮਿਟਾਇਓ। ਕਹੋ ਨਾਨਕ ਹਉਮੈ ਪੀਤ, ਗੁਰ ਖੋਈ ਤੋ ਦਿਆਰ ਬੀਟ ਲੋ ਪਾਇਓ। ਉਹਨਾਂ ਹੀ ਕਿਹਾ, ਪੇਜ 1206 ਤੇ, ਖੋਲ ਪੀਤ ਮਿਲੇ ਪਰਮਾਨੰਦਾ। ਪ੍ਰਭੂ ਪਰਮ ਆਨੰਦ ਹੈ, ਸਾਰੇ ਜੀਵਾਂ ਦੇ ਸੁੱਖ ਦਾ ਮੂਲ ਕਾਰਨ ਹੈ। ਉਹ ਸਤ ਚਿਤ ਆਨੰਦ ਹੈ। ਸਤ ਸਦਾ, ਚਿਤ ਕਾਂਸ਼ੀਅਸਨੈਸ, ਸੂਰਤ ਤੇ ਆਨੰਦ ਉਹ ਆਤਮਕ ਸਤਰ ਤੇ ਆਨੰਦ ਹੈ। ਅਪਲਿਫਟਡ, ਜਾਗੀ ਹੋਈ ਸੂਰਤ ਹੈ, ਕਾਂਸ਼ੀਅਸਨੈਸ ਹੈ। It's a feeling of oneness, connection with God. It's total completeness. It's connectedness to God. Loving and being loved. ਮੈਂ ਇਸ ਨੂੰ ਨਾਂ ਦਿੱਤਾ ਹੈ ਰਿਲੇਸ਼ਨਲ ਜੋਏ ਵਿਦ ਗॉड। ਪ੍ਰਭੂ ਸੰਬੰਧ ਚ ਆਨੰਦ। ਕੇਵਲ ਇਹ ਨਾਮ ਹੀ ਮੈਂ ਆਪਣੇ ਵੱਲੋਂ ਜੋੜਿਆ ਹੈ।
ਇੱਕ ਵਾਰੀ ਉਸ ਨਾਲ ਸੰਬੰਧ ਬਣ ਗਿਆ, once you are connected with God, you are connected with the whole universe. ਅਸੀਂ ਸਭ ਨਾਲ connected ਹਾਂ। ਕਬੀਰ ਜੀ 1377 ਦੇ ਪੇਜ ਦੇ ਉਹਨਾਂ ਦੇ ਸ਼ਲੋਕ ਹਨ। नीचे लोयन कर रहो ते साजन खटमाहे, सब रस खेलो पी सौ किसी लखावो नाए। मेरे ਹਿਰਦੇ ਵਿੱਚ ਸਾਜਨ ਹੈ, ਮੈਂ ਅੱਖਾਂ ਨੀਵੀਆਂ ਕਰਕੇ ਉਸਨੂੰ ਦੇਖਦੀ ਰਹਿੰਦੀ ਹਾਂ, ਰੰਗ ਮਾਣਦੀ ਹਾਂ, ਕਿਸੇ ਨੂੰ ਦੱਸਦੀ ਨਹੀਂ। ਫਿਰ ਕਿਹਾ, 8 ਜਾਮ 64 ਕਰੀ ਤੂੰ ਨਿਰਖਤ ਰਹਿ ਜਿਓ, ਨੀਚੇ ਲੋਇਨ ਕਿਉਂ ਕਰੋ ਸਭ ਕਰ ਦੇਖੋ ਪੀਓ। ਹੁਣ ਮੈਂ ਸਭ ਵਿੱਚ ਹਰ ਵਕਤ ਤੈਨੂੰ ਦੇਖਦੀ ਹਾਂ, ਸੋ ਹੁਣ ਅੱਖਾਂ ਨੀਵਾਂ ਕਿਉਂ ਕਰਾਂ, ਸਭ ਵਿੱਚ ਦਿਸਦਾ ਹੈ। ਇਹ ਹੈ ਸਭ ਨਾਲ ਕਨੈਕਟਡਨੈਸ, ਸਭ ਵਿੱਚ ਸਭ ਥਾਂ ਰੱਬ ਹੈ। ਅੱਗੇ ਕਹਿੰਦੇ ਨੇ, ਸੁਨ ਸਖੀ ਪੀਮੇ ਜੀਓ ਬਸੇ, ਜੀ ਮੈਂ ਬਸੇ ਕੇ ਪੀਓ, ਜੀਓ ਪੀਓ ਬੂਝੋ ਨਹੀਂ, ਘਟ ਮੈਂ ਜੀਓ ਕੇ ਪੀਓ। ਹੁਣ ਤੇ ਪਤਾ ਨਹੀਂ ਮੇਰੇ ਅੰਦਰ ਜਿੰਦ ਹੈ ਜਾਂ ਪਿਆਰਾ ਪ੍ਰਭੂ। ਇਹ ਹੈ ਇਕਮਿਕ ਹੋਣਾ। ਇਸ ਆਨੰਦ ਵਿੱਚ ਵਿਸਮਾਦ ਤੇ ਅਚੰਭਾ ਹੈ। ਗੁਰੂ ਨਾਨਕ ਦੇਵ ਜੀ ਇਸ ਪ੍ਰਭੂ ਦੀ ਰਚਨਾ ਵਿੱਚ ਵਸਦੇ ਪ੍ਰਭੂ ਨੂੰ ਦੇਖਦਿਆਂ, ਉਸਦੇ ਕੋਟਕਾਂ ਨੂੰ ਦੇਖਦਿਆਂ ਮਸਮਰਾਈਜ਼ ਹੋ ਕੇ ਆਸਾ ਕੀ ਵਾਰ ਵਿੱਚ ਦਰਜ ਬਾਣੀ ਉਚਾਰਦੇ ਨੇ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੇ ਜੰਤ। ਪੂਰੀ ਪੌੜੀ ਪੜਨ ਦੀ ਕੋਸ਼ਿਸ਼ ਕਰਨਾ ਕਿ ਕਿਵੇਂ ਉਹ ਵਿਸਮਾਦ ਵਿੱਚ ਚਲੇ ਜਾਂਦੇ ਨੇ। ਵਿਸਮਾਦ ਨੇੜੇ, ਵਿਸਮਾਦ ਦੂਰ, ਵਿਸਮਾਦ ਦੇਖੇ ਹਾਜਰਾ ਜੂ, ਬੇਖ ਵਿਧਾਨ ਰਿਹਾ ਵਿਸਮਾਦ, ਨਾਨਕ ਪੂਜਨ ਪੂਰੇ ਭਾਗ। ਇਸੀ ਉਹਨਾਂ ਦੀ ਵਿਸਮਾਦ ਦੀ ਅਵਸਥਾ ਨੂੰ ਨਾਸਰੀ ਰਾਗ ਵਿੱਚ ਬਿਆਨ ਕਰਦੇ ਨੇ। ਗਗਨ ਮੈਂ ਤਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਾਨ लो पवन चवड़ो करे, सगल बन राय फुलंत ज्योति, कैसी आरती होए पखंडा तेरी आरती, अनहता शब्द वजंत पैरी रहाओ। किवें ਉਹਨਾਂ ਨੇ ਅੱਗੇ ਦੱਸਿਆ ਹੈ ਕਿ ਸਾਰੇ ਨੈਣ ਵੀ ਉਹਦੇ ਨੇ ਤੇ ਤੇਰੇ ਕੋਈ ਨੈਣ ਨਹੀਂ। ਅੱਗੇ ਹੈ, ਸਭ में जोत जोत है सोई, तिसते चानन सब में चानन होए, गुरसाखी जोत, गुरु ਦੀ ਸਿੱਖਿਆ ਨਾਲ ਜੋਤ ਪ੍ਰਗਟ ਹੋਏ। किन्नी हैरानीजनक खेड है हे प्रभु। गुरु अमरदास जी फरमाया, मन तू ज्योत स्वरूप है, अपना मूल पछान, मन हरजी तेरे नाल है, गुरमती रंगमान। जे परमात्मा आनंद स्वरूप है ते असी उसकी ज्योत स्वरूप हाँ, असी गुरमत ते चल के उस आनंद, उसते प्यार नू एक्सपीरियंस कर सकते हाँ। ਇਹ ਤਾਂ ਹੈ ਹੀ ਸਮਥਿੰਗ ਟੂ ਬੀ ਐਕਸਪੀਰੀਅੰਸਡ ਇਨਸਾਈਡ। ਤਦੋਂ ਸਾਡਾ ਅੰਦਰਲਾ ਖਿੜ ਪੈਂਦਾ ਹੈ। ਗੁਰੂਆਂ ਨੇ ਮੋਲਿਓ ਸ਼ਬਦ ਵਰਤਿਆ ਹੈ। ਮੈਨੂੰ ਲੱਗਦਾ ਹੈ ਇਹ ਸਭ ਲਈ ਇੱਕ ਯੂਨੀਕ ਐਕਸਪੀਰੀਅੰਸ ਹੈ। ਹਰ ਕੋਈ ਇਸ ਆਨੰਦ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਕਿ ਅਸੀਂ ਇਸ ਨੂੰ ਅਨੁਭਵ ਕਰ ਸਕਦੇ ਹਾਂ। ਕੁਝ ਲੋਕ ਕਰਮ ਕਾਂਡਾਂ, ਗੁਰਦੁਆਰਿਆਂ ਤੇ ਭਵਿਆਂ, ਸਰੋਵਰ ਇਸ਼ਨਾਨਾਂ, ਗਿਣਤੀ ਦੇ ਪਾਠਾਂ, ਅਖੰਡ ਪਾਠਾਂ ਵਿੱਚ ਲੱਗੇ ਨੇ। ਇਸ ਨੂੰ ਪ੍ਰਾਪਤ ਕਰਨ ਲਈ ਗੁਰੂ ਜੀ ਕਿਹਾ, ਇੱਕ ਪਰਮ ਭੂਲੇ ਫਿਰੇ ਦੇ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰੂ ਅਰਜਨ ਦੇਵ ਜੀ ਫਰਮਾਇਆ, ਉਦਮ ਕਰਤ ਆਨੰਦ ਪਿਆ, ਸਿਮਰਤ ਸੁਖਸਾਰ, ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਜਿਹੜਾ ਆਨੰਦ ਗੁਰੂ ਜੀ ਦੇ ਉਪਦੇਸ਼ ਦੀ ਵਿਚਾਰ ਕਰਕੇ, ਉਸਨੂੰ ਇੰਟਰਨਲਾਈਜ਼ ਕਰਕੇ, ਉਸਨੂੰ ਮਨ ਬਚਨ ਕ੍ਰਮ ਵਿੱਚ ਯਾਦ ਰੱਖਿਆ ਮਿਲੇਗਾ, ਉਹੀ ਸਦੀਵੀ ਹੋਏਗਾ। ਸੱਚਾ ਆਨੰਦ ਮਹਾਮੰਗਲ ਵਾਹਿਗੁਰੂ ਦਾ ਮਿਲਾਪ ਹੈ। ਗੁਰੂ ਅਰਜਨ ਦੇਵ ਜੀ ਪੇਜ 247 ਤੇ ਝਲਕ ਦਿਖਾਉਂਦੇ ਨੇ, ਮੇਰਾ ਮਨ ਆਨੰਦ ਪਿਆ ਜੀਓ, ਵਜੀ ਵਾਧਾਈ, ਘਰ ਲਾ ਲਾਇਆ ਪਿਆਰਾ, ਸਭ ਤਿਖਾ ਬੁਝਾਈ। ਅੱਗੇ ਹੈ, ਅਨਹਦ ਬਾਜੇ ਵਜੇ ਘਰ ਮੈਂ, ਪਿਰਸੰਗ ਸੇਜ ਵਿਛਾਈ, ਬਿਨਵੰਤ ਨਾਨਕ ਸਹਿਜ ਰਹੇ, ਹਰ ਮਿਲਿਆ ਕੰਤ ਸੁਖਦਾਈ। ਜਦੋਂ ਨਵੀਂ ਸੁਹਾਗਣੀ ਦੇ ਘਰ ਅੰਤਰ ਹੀ ਪਤੀ ਪ੍ਰਮਾਤਮਾ ਨਾਲ ਸੇਜ ਵਿੱਚ ਜਾਂਦੀ ਹੈ, ਪ੍ਰਭੂ ਮਿਲਾਪ ਹੁੰਦਾ ਹੈ। ਇਹ ਆਤਮਕ ਰਹੱਸੀ ਆਨੰਦ ਵੱਧਦਾ ਜਾਂਦਾ ਹੈ, ਵਿਸਮਾਦ ਵਾਲਾ ਹੈ। ਅਤ ਪ੍ਰੀਤਮ ਮਨਮੋਹਨਾ ਘਟ ਸੋਨਾ ਸੇਜ ਤੇ ਆਇਆ ਹੈ। ਗੁਰੂ ਅਰਜਨ ਦੇਵ ਜੀ ਇਸ ਅਵਸਥਾ ਵਿੱਚ ਕਹਿੰਦੇ ਨੇ, ਬਿਸਮਨ ਬਿਸਮ ਪਈ ਪੇਖ ਗੁਣ ਅਬਿਨਾਸੀ ਰਾਮ।
इसी शब्द विच अगे जाके कहंदे ने, सूरज किरण मिले जल का जल हुआ राम, ज्योति ज्योत रली संपूर्ण थिया राम। ब्रह्म दिसे ब्रह्म सुनिए, एक एक वखानिए, आत्म बसारा करण हारा, प्रभ बिना नहीं जानिए। आप करता आप पुख्ता आप कारण किया, बिनवंत नानक सही जाने, जिन्नी हर रस पिया। ਇਹ ਕਿਸੇ ਦੇ ਮਰਨ ਵੇਲੇ ਪੜਨ ਦਾ ਸ਼ਬਦ ਨਹੀਂ, ਇਹ ਤਾਂ ਜਿਉਂਦੇ ਜੀ ਜਿੰਦ ਪਰਮਾਤਮਾ ਦੀ ਜੋਤ ਨਾਲ ਇਕਮਿਕ ਹੋ ਗਈ। ਉਸ ਨੂੰ ਹੁਣ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਦਿਸਦਾ। ਪਰਮਾਤਮਾ ਹੀ ਸਭ ਨੂੰ ਪੈਦਾ ਕਰਕੇ ਉਹਨਾਂ ਵਿੱਚ ਵਿਆਪਕ ਹੋ ਕੇ ਰੰਗ ਮਾਨ ਰਿਹਾ ਹੈ। ਨਾਨਕ ਜੀ ਬੇਨਤੀ ਕਰਦੇ ਨੇ ਕਿ ਇਸ ਅਵਸਥਾ ਨੂੰ ਉਹੀ ਲੋਕ ਜਾਣਦੇ ਹਨ ਜਿਨ੍ਹਾਂ ਹਰੀ ਦੇ ਨਾਮ ਦਾ ਸਵਾਦ ਚੱਖਿਆ ਹੈ। ਗੁਰੂ ਰਾਮਦਾਸ ਜੀ ਨੇ ਇਸ ਦਾ ਚਿੱਤਰ ਇਸ ਤਰ੍ਹਾਂ ਖਿੱਚਿਆ ਹੈ। ਮੇਰੇ ਮਨ ਜਪ ਰਾਮ ਨਾਮ ਹਰ ਰੂੜਾ, ਮੇਰੇ ਮਨ ਮੰਤਨ ਪ੍ਰੀਤ ਲਗਾਈ ਸਤਗੁਰ, ਮੇਰੇ ਮਨ ਮੰਤਨ ਪ੍ਰੀਤ ਲਗਾਈ ਸਤਗੁਰ, ਹਰ ਮਿਲਿਓ ਲਾਇਚ ਪੀੜਾ ਰਹਾਉ। हे ਮੇਰੇ ਮਨ, ਹਰੀ ਦਾ ਨਾਮ ਸੁੰਦਰ ਹੈ। ਰੂੜਾ ਦਾ ਮਤਲਬ ਹੈ ਸੁੰਦਰ। ਸਤਗੁਰ ਦੀ ਕਿਰਪਾ ਨਾਲ, ਕਟਾਕਸ਼ ਨਾਲ, ਇਸ ਸੁੰਦਰ ਨਾਮ ਨਾਲ ਸ਼ਰਧਾ ਭਾਵਨੀ ਵਾਲੀ ਪ੍ਰੀਤ ਲੱਗਦੀ ਹੈ। ਮੇਰਾ ਵਾਲਾ ਪ੍ਰਭੂ ਆਪ ਆ ਕੇ ਘੁੱਟ ਕੇ ਜੱਫੀ ਪਾ ਕੇ ਮਿਲਦਾ ਹੈ ਕਿ ਨਹੀਂ? ਵਾਹ! ਜਿਨ੍ਹਾਂ ਨੇ ਆਪਣੇ ਨੇਤਰਾਂ ਨਾਲ ਅਦ੍ਰਿਸ਼ਟ ਅਗੋਚਰ ਪ੍ਰਭੂ ਪਰਮਾਤਮਾ ਨੂੰ ਦੇਖਿਆ ਹੈ, ਉਹ ਮਸਤੀ ਵਿੱਚ ਆਪ ਮੁਹਾਰੇ ਪੁਕਾਰ ਉੱਠਦੇ ਨੇ। ਆਨੰਦੋ ਆਨੰਦ ਕਾ ਨਾਮ, ਮੈਂ ਸੋ ਪ੍ਰਭ ਡੀਠਾ ਰਾਮ, ਚਾਖੜਿਆ ਮੈਂ ਹਰ ਰਸ ਮੀਠਾ ਰਾਮ, हर रस मीठा मन में रूठा, सतगुर तूठा सहज पया, ग्रह वसाया मंगल गाया, पंच दुष्ट होए भाग गया, शीतल आगाने अमृत पाने, साजन संत बसीठा, कहो नानक हरस्यो मन मान्या, सो प्रभ नैनी डीठा। मेरा विश्वास है कि गुरु काल तो गुरमुखा ने गुरु दे हुक्मां ते चल के यह अवस्था प्राप्त की है, जिथे मन दियां दौड़ां ਤਾਵਣੀਆਂ ਰੁਕ ਜਾਂਦੀਆਂ ਨੇ, ਚਿੰਤਾ ਚਿਤਵਨੀਆਂ ਕਾਫੁਰ ਹੋ ਜਾਂਦੀਆਂ ਹਨ, ਫਰਾਟੇ ਮਾਰ ਕੇ ਅੰਦਰੋਂ ਗੋਬਿੰਦ ਗੱਜ ਉੱਠਦਾ ਹੈ, ਸਦ ਨਵਤਨ ਮਨ ਰੰਗੀ ਚੜ ਸ਼ੋਭਾ ਬਣ ਉੱਠਦੀ ਹੈ। ਫਿਰ ਪ੍ਰੀਤਮ ਵਾਹਿਗੁਰੂ ਦਾ ਦੀਦਾਰ ਤੇ ਪ੍ਰੀ ਅੰਕ ਮੇਲਿਆਂ ਦਾ ਮਿਲਾਪ ਹੋ ਜਾਂਦਾ ਹੈ, ਜਿੱਥੇ ਆਨ ਸਿੱਧੀਆਂ ਰਿੱਧੀਆਂ ਕੁਝ ਪ੍ਰਤੀਤ ਹੁੰਦੀਆਂ ਹਨ। ਗੁਰੂ ਅਰਜਨ ਜੀ ਦੇਵ ਜੀ ਫਰਮਾਇਆ, ਜੇ ਆ ਡਿੱਠਾ ਮੈਂ ਤੇ ਹੋ ਕਿਹਾ ਤਿਸ ਰਸ ਆਇਆ ਜਿਨ ਭੇਦ ਲਿਆ। ਮੈਂ ਕੋਸ਼ਿਸ਼ ਕੀਤੀ ਹੈ ਕਿ ਗੁਰੂਆਂ ਦੇ ਅਨੁਭਵ ਨੂੰ ਬਿਆਨ ਕਰਨ ਦੀ ਤੇ ਆਪਣੇ ਆਪ ਤੋਂ ਕੁਝ ਐਡ ਨਾ ਕਰਾਂ। ਜੇ ਅਵਸਥਾ ਬਿਆਨ ਤੋਂ ਪਰੇ ਹੈ ਤਾਂ ਲੋਕ ਕਹਿੰਦੇ ਨੇ ਇਸ ਅਲੌਕਿਕ ਅਵਸਥਾ ਨੂੰ ਪਾ ਕੇ ਉਹ ਗੁਰਮੁਖ ਪਿਆਰੇ ਐਸੇ ਮਗਨ ਹੋ ਜਾਂਦੇ ਹਨ ਕਿ ਉਹ ਚੁੱਪ ਹੀ ਹੋ ਜਾਂਦੇ ਹਨ। ਮੇਰੀ ਕੋਸ਼ਿਸ਼ ਸੀ ਕਿ ਨਿਰੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਤੁਹਾਨੂੰ ਕੁਝ ਝਲਕੀਆਂ ਜੋ ਗੁਰੂਆਂ ਨੇ ਆਨੰਦ ਦੀਆਂ ਬਿਆਨ ਕੀਤੀਆਂ ਹਨ ਉਹ ਪੇਸ਼ ਕਰਾਂ। ਸਾਡੇ ਲਈ ਭਾਵੇਂ ਇਹ ਮੋਮੈਂਟਰੀ ਹਨ, ਪਰ ਅਸੀਂ ਇਹਨਾਂ ਤੋਂ ਪ੍ਰੇਰਨਾ ਲੈ ਕੇ ਆਤਮਕ ਦੀ ਆਨੰਦ ਦੀ ਪਗਡੰਡੀ ਤੇ ਕਦਮ ਰੱਖੀਏ, ਕਿਤੇ ਤਾਂ ਪਹੁੰਚਾਂਗੇ। ਸੰਭਾਵਨਾ ਸਾਡੇ ਸਭ ਲਈ ਹੈ। ਇਹਨਾਂ ਆਨੰਦ ਭਰੀਆਂ ਐਗਜ਼ਾਮਪਲਸ ਨੂੰ ਲੱਭਣਾ ਔਖਾ ਵੀ ਸੀ ਤੇ ਮੇਰੇ ਲਈ ਮੀਨਿੰਗ ਦੇਖ ਕੇ ਰਸ ਭਰਪੂਰ ਵੀ ਸੀ, ਪਰ ਮੇਰੇ ਲਈ ਥੋੜਾ ਜਿਹਾ ਸੀ। ਕਾਸ਼ ਇਹ ਕਹਿ ਸਕਦੀ ਹਾਂ। ਇੱਕ ਹੋਰ ਐਗਜ਼ਾਮਪਲ ਹੈ, ਗੁਰੂ ਰਾਮਦਾਸ ਜੀ ਇਸ ਵਿਕਾਸ ਨੂੰ ਡਿਸਕ੍ਰਾਈਬ ਕਰਨ ਲੱਗਿਆ ਨਿਹਾਲ ਸ਼ਬਦ ਵਰਤਦੇ ਨੇ। ਪੰਨਾ 85 ਤੇ ਦਰਜ ਹੈ, ਹਰ ਤੁਧੋਂ ਬਾਹਰ ਕਿਛ ਨਹੀਂ, ਗੁਰ ਸ਼ਬਦੀ ਵੇਖ ਨਿਹਾਲ। ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਨੂੰ ਹਰ ਥਾਂ ਵੇਖ ਕੇ ਕੋਲ ਫੁੱਲ ਵਾਂਗ ਖਿੜ ਸਕੀਦਾ ਹੈ। ਰਾਗ ਨਟ ਨਾਰਾਇਣ ਵਿੱਚ ਗੁਰੂ ਜੀ ਨੇ ਪੜਤਾਲ ਲਿਖੀ ਹੈ, ਬਹੁਤ ਹੀ ਪਿਆਰੀ ਹੈ। ਜੇ ਖੜੇ ਹੋ ਤਾਂ ਪਲੀਜ਼ ਬੈਠ ਜਾਓ। ਜਸਟ ਟਰਾਈ ਟੂ ਐਕਸਪੀਰੀਅੰਸ, ਭਾਵੇਂ ਜਰਾ ਤਿਨਕਾ ਮਾਤਰ ਹੀ ਸਹੀ। ਗੁਰੂ ਜੀ ਇਸ ਐਕਸਪੀਰੀਅੰਸ ਨੂੰ ਬਿਆਨ ਕਰ ਰਹੇ ਨੇ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਮੇਰੇ ਮਨ ਸੇਵ ਸਫਲ ਹਰ ਕਾਲ, ਲੈ ਗੁਰ ਪਗ ਰੇਨ ਰਵਾਲ, ਸਭ ਦਾਲਿਤ ਪੰਜ ਦੁਖ ਦਾਲ, ਹਰ ਹੋ ਨਦਰ ਟਿਹਾਲ ਰਹਾਓ। ਭਾਵ ਮੇਰੇ ਮਨ ਪ੍ਰਭੂ ਦੀ ਸੇਵਾ ਭਗਤੀ ਕਰ, ਇਹ ਮਿਹਨਤ ਫਲ ਦੇਣ ਵਾਲੀ ਹੈ। ਗੁਰੂ ਚਰਨਾਂ ਦੀ ਧੂੜ ਮੱਥੇ ਤੇ ਲਾ ਕੇ
सारे दरिद्र नाश कर लै। दरिद्र है, दालिद है पाप। ए दुख दलन वाली है। हे मन, हे मन, हे मन, प्रभु दी मेहर दी निगाह नाल निहाल हो जाइदा है। हर का ग्रह हर आप सवारियो, हर रंग महल बेअंत लाल, लाल हर लाल। ए शरीर प्रभु दा घर उसने आप सवारिया है ते बहुत ही प्यारे लाल प्रभु दा रंग महल है। लाल प्यारे नू बिलवड नू कहंदे ने। हर अपनी कृपा करी आप ग्रह आयो। हम हर गुर की बसीठी। हम हर देखे पई निहाल, 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 निहाल। बसीठी है विचोला, जिस ते ओ कृपा करे उसते हृदय घर विच प्रभु आप आ वसदा है। मैं उसनू मिलन लई गुरु नू विचोला बनाया है। गुरु दी कृपा नाल हरि नू देख के मैं निहाल, बहुत ही निहाल हो गई हाँ। हर आवते की खबर गुर पाई, मन तन आनंदो आनंद पए। हर आवते सुने मेरे लाल, हर लाल। जदों मैं अपने हृदय विच प्रभु दे आउण दी खबर सुनी, तां प्यारे लाल प्रभु दा आउणा सुनिया ते मेरे मन तन विच आनंद ही आनंद हो गया। जन नानक हर हर मिले पए गलतान हाल, निहाल, निहाल। दास नानक उस परमात्मा नू मिलके मस्त हाल हो गया, निहाल हो गया, निहाल हो गया। ऐ है विस्माद, ऐ है आनंद। मेरी तुच्छ बुद्धि tries to imagine what it must be like to have that अवस्था। जिਉਂਦੇ जी प्रभु नाल एक मिकता। हुण कोई चाह नहीं, खुशी ही खुशी, रजेवा ही रजेवा। I try to imagine। मेरी तो इमेजिनेशन भी सीमित है, उसकी लिमिटेशंस ने, हदबंदियां ने, पर वो आनंद इज लिमिटलेस। गुर किरपा करे मैं भी ऑल एक्सपीरियंस इट। वो मिलन दी प्यार विच भिजान दी अवस्था। मैं अपनी की गल करा, ਅਸੀਂ ਸੁਣਦੇ ਹਾਂ ਕ੍ਰਿਸ਼ਨ ਜੀ ਨੇ ਸੁਦਾਮਾ ਦੀ ਗਰੀਬੀ ਦੂਰ ਕਰ ਦਿੱਤੀ। ਉਸਦੇ ਘਰ ਸਭ ਖਾਣ ਪੀਣ ਦਾ ਸਮਾਨ ਪਹੁੰਚ ਗਿਆ। ਭਗਤ ਨਾਮ ਜੀ ਪੇਜ 657 ਤੇ ਦੱਸਦੇ ਹਨ ਕਿ ਉਹਨਾਂ ਦੀ ਟੁੱਟੀ ਝੌਂਪੜੀ ਦੀ ਥਾਂ ਪ੍ਰਭੂ ਨੇ ਨਵਾਂ ਘਰ ਬਣਾ ਦਿੱਤਾ ਸੰਗਤ ਦੇ ਰੂਪ ਵਿੱਚ। ਜਦੋਂ ਮੈਂ ਭਾਈ ਹੇਮਾ ਜੀ ਦੀ ਜਿਹੜੀ ਸਾਖੀ ਮੈਂ ਅੱਗੇ ਤੁਹਾਨੂੰ ਦੱਸੀ ਸੀ ਪੜ੍ਹੀ ਕਿ ਭਾਈ ਹੇਮਾ ਜੀ ਦੀ ਟੁੱਟੀ ਲੀਕਰ ਦੀ ਝੌਂਪੜੀ ਵਿੱਚ ਉਹਨਾਂ ਨੇ ਗੁਰੂ ਜੀ ਨੂੰ ਸਿੱਖਾਂ ਨੂੰ ਸੁੱਕੀ ਥਾਂ ਦਿੱਤੀ। ਆਪ ਗਿੱਲੇ ਹੋ ਗਏ, ਬਿਮਾਰ ਹੋਏ ਤੇ ਚੱਲ ਬਸੇ। ਮੈਨੂੰ ਅਫਸੋਸ ਲੱਗਾ। ਮਾਇਆ ਵਾਲੀ ਪਹਿਲੀ ਸੋਚ ਆਈ, ਗੁਰੂ ਜੀ ਭਾਈ ਹੇਮਾ ਜੀ ਨੂੰ ਠੀਕ ਕਰ ਦਿੰਦੇ। ਮੈਨੂੰ ਇਹ ਸਾਖੀ ਯਾਦ ਰਹੀ। ਕੁਝ ਦਿਨਾਂ ਬਾਅਦ ਮਨ ਵਿੱਚ ਇਹ ਲਾਣ ਆਈ, ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਨ ਮਿਲਾਏ। ਪੂਰਾ ਸ਼ਲੋਕ ਹੈ, ਜਨਮ ਮਰਨ ਦੁਹ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਨ ਮਿਲਾਏ। ਅਗਲੀ ਸਲਾਈਡ ਹੈ ਵੀਰ ਜੀ। ਜਿਵੇਂ ਨਾ ਲਾਈਟ ਬਲਬ ਜਗਿਆ, ਸੰਤ ਜਨ ਗੁਰੂ ਸਾਹਿਬਾਨ ਤਾਂ ਸਾਡੀ ਭਲਾਈ ਲਈ ਆਉਂਦੇ ਨੇ, ਮਾਇਆ ਦੇਣ ਲਈ ਨਹੀਂ। ਫਿਰ ਉਹ ਨਹੀਂ ਹੋਣੀ, ਸੌਰੀ। ਉਹ ਤਾਂ ਆਤਮਕ ਜੀਵਨ ਦੀ ਦਾਤ ਦਿੰਦੇ ਨੇ, ਭਗਤੀ ਵਿੱਚ ਜੋੜ ਕੇ ਪਰਮਾਤਮਾ ਨਾਲ ਮਿਲਾ ਦਿੰਦੇ ਨੇ। ਗੁਰੂ ਜੀ ਨੇ ਭਾਈ ਹੇਮਾ ਜੀ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ, ਪ੍ਰਭੂ ਨਾਲ ਮਿਲਾ ਦਿੱਤਾ। ਫਿਰ ਮਨੁੱਖ ਨੇ ਸੰਸਾਰੀ ਸੁੱਖਾਂ ਦਾ ਕੀ ਕਰਨਾ ਸੀ? I was missing the whole point। ਗੁਰੂ ਦੀ ਮਿਹਰ ਨਾਲ ਮਨੁੱਖ ਪ੍ਰਭੂ ਵਿੱਚ ਭੇਦ ਹੋ ਜਾਂਦਾ ਹੈ, ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਜੇ ਜਿਉਂਦਿਆਂ ਗਰੀਬੀ ਹੈ ਤਾਂ ਸਬਰ ਸੰਤੋਖ ਨਾਲ ਮਨੁੱਖ ਸਭ ਸਹਿ ਲੈਂਦਾ ਹੈ। ਅਸੀਂ ਗੁਰੂ ਦੀ ਮਿਹਰ ਦੀ ਕੀਮਤ ਹੀ ਨਹੀਂ ਜਾਣਦੇ। ਸਾਡੀ ਮੁਕਤੀ ਜਿਉਂਦੇ ਜੀ ਮਾਇਆ ਵਿਕਾਰਾਂ ਤੋਂ ਛੁਟਕਾਰਾ ਹੈ, ਬੰਧਨਾਂ ਤੋਂ ਮੁਕਤੀ ਹੈ। ਸਾਡੀ ਸੋਚ ਸੰਕੀਰਨ ਹੈ, ਰੱਬੀ ਰਜਾ ਨਹੀਂ ਸਮਝਦੇ, ਟੋਲ ਜਾਂਦੇ ਹਾਂ। ਜਿਹੜੇ ਖਜ਼ਾਨਿਆਂ ਪਦਾਰਥਾਂ ਦਾ ਸੁਖਮਨੀ ਸਾਹਿਬ ਤੋਂ ਮੈਂ ਕੋਟ ਕੀਤਾ ਸੀ, ਜੇ ਮਨੁੱਖ ਪ੍ਰਭੂ ਨਾਲ ਅਭੇਦ ਹੋ ਗਿਆ, ਜੋ ਪ੍ਰਭੂ ਦਾ ਖਜ਼ਾਨਾ ਹੈ ਉਸਦਾ ਹੈ, ਉਸ ਨਾਲ ਆਪਣਾ ਦੁਨਿਆਵੀ ਘਰ ਭਰਨ ਦੀ ਕੋਈ ਲੋੜ ਨਹੀਂ ਰਹਿੰਦੀ। I was looking for fairy tale ending of living happily ever after। ਜੇ ਉਹ ਅਗੰਮ ਅਗੋਚਰ ਅਦ੍ਰਿਸ਼ਟ ਪਾਰਬ੍ਰਹਮ ਪਰਮੇਸ਼ਰ ਆ ਕੇ ਮਿਲ ਪਿਆ ਤਾਂ ਕੀ ਰਹਿ ਗਿਆ ਹੋਰ ਮਿਲਣ ਨੂੰ? ਅਸੀਂ ਮੁਕਤੀ ਵੇਤਾ ਵੀ ਚਾਹੁੰਦੇ ਹਾਂ, ਪਰ ਇੱਕ ਲੱਤ ਮਾਇਆ ਦੀ ਬੇੜੀ ਵਿੱਚ ਰੱਖਣਾ ਚਾਹੁੰਦੇ ਹਾਂ।
ਗੁਰੂ ਦੀ ਮਿਹਰ ਦੇ ਤੋਲ ਵਿੱਚ ਸਾਰੇ ਸੁੱਖ ਪਦਾਰਥ ਤੁੱਛ ਨੇ। ਤੁਹਾਡਾ ਧੰਨਵਾਦ ਹੈ ਕਿ ਇਹ ਅਨੁਭਵ, ਇਹ ਸੋਝੀ ਮੈਨੂੰ ਇਸ ਸਬਜੈਕਟ ਨੂੰ ਰਿਸਰਚ ਕਰਦਿਆਂ ਹੋਈ, ਜੋ ਸ਼ਾਇਦ ਉਂਝ ਨਾ ਹੁੰਦੀ। ਅਸੀਂ ਵੇਖਿਆ ਗੁਰੂ ਦੀ ਸ਼ਰਨ, ਗੁਰੂ ਦੀ ਮਿਹਰ ਦ੍ਰਿਸ਼ਟੀ ਕਿੰਨੀ ਜ਼ਰੂਰੀ ਹੈ। ਆਤਮਕ ਸਦੀਵੀ ਆਨੰਦ ਲਈ ਕੁਝ ਪੁਆਇੰਟਸ ਹਨ ਜੋ ਮੈਂ ਕਵਰ ਕੀਤੇ ਹਨ। ਉਹ ਇਸ ਪ੍ਰਕਾਰ ਹਨ: ਗੁਰੂ ਦੀ ਸ਼ਰਨ, ਸ਼ਬਦ ਦੀ ਵਿਚਾਰ, ਆਪਾ ਸਮਰਪਣ, ਮਨ ਦੀ ਸਫਾਈ, ਨਾਮ ਸਿਮਰਨ, ਰੱਬੀ ਗੁਣ ਤਾਰਨੇ, ਸੰਤੋਖ, ਦਇਆ ਆਦਿ, ਸ਼ੁਕਰਾਨਾ, ਹੁਕਮ ਵੀ ਰਹਿਣਾ, ਗੁਰੂ ਦੀ ਮਿਹਰ ਦੇ ਪਾਤਰ ਬਣਨਾ। ਅਸੀਂ ਸਧਾਰਨ ਪਾਠ ਕਰਦੇ ਰਹੀਏ, ਸ਼ਬਦ ਦੀ ਡੂੰਘਾਈ ਵਿੱਚ ਆਈਏ, ਉਸਨੂੰ ਅਪਣਾਈਏ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ। ਸੰਖੇਪ ਵਿੱਚ ਇਹ ਆਨੰਦ ਉਹ ਅਵਸਥਾ ਹੈ ਜੋ ਸਦੀਵੀ ਹੈ, ਜਿਵੇਂ ਪਰਮਾਤਮਾ ਆਪ। ਉਸ ਲਈ ਆਪਣੇ ਅੰਦਰ ਜਾਣਾ ਹੋਵੇਗਾ। ਇਹ ਪ੍ਰਭੂ ਮਿਲਾਪ ਦੀ ਅਵਸਥਾ ਹੈ। ਮਹਾਰਸ, ਮਹਾਸੁਖ, ਸੁਹੱਪਨ, ਬਿਸਮਾਤ ਭਰੀ ਅਵਸਥਾ ਹੈ। ਕਹਿੰਦੇ ਨੇ ਇਸ ਤੋਂ ਵਿਪਰੀਤ ਕੋਈ ਸ਼ਬਦ ਨਹੀਂ। ਇਹ ਉਹ ਅਵਸਥਾ ਹੈ ਜਿਸ ਨੂੰ ਕੋਈ ਡਿਸਟਰਬ ਨਹੀਂ ਕਰ ਸਕਦਾ, ਨਾਟ ਈਵਨ ਡੈਥ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ, ਪਰ ਉਹ ਜਪਜੀ ਸਾਹਿਬ ਦਾ ਪਾਠ ਕਰਦੇ ਰਹੇ। ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ। ਸਾਡੇ ਲੁਖੰਡੇ ਖੜੇ ਹੋ ਜਾਂਦੇ ਹਨ। ਭਾਈ ਦਿਆਲਾ ਜੀ ਨੂੰ ਬਾਲ ਦਿੱਤਾ ਗਿਆ, ਪਰ ਉਹਨਾਂ ਦਾ ਆਨੰਦ ਭੰਗ ਨਹੀਂ ਹੋਇਆ। ਉਹਨਾਂ ਨੂੰ ਉੱਚੀ ਅਵਸਥਾ ਪ੍ਰਾਪਤ ਸੀ ਜਿਸ ਨੂੰ ਕੋਈ ਹਿਲਾ ਨਹੀਂ ਸਕਿਆ, ਡੁਲਾ ਨਹੀਂ ਸਕਿਆ। ਇਹ ਅਵਸਰ ਹੈ ਸਾਡੇ ਲਈ। ਉਹਨਾਂ ਤੋਂ ਸਿੱਖਿਆ ਲੈ ਕੇ ਅਸੀਂ ਆਪਣਾ ਜੀਵਨ ਘੜੀਏ, ਪਰਮਾਤਮਾ ਨਾਲ ਆਤਮਕ ਸੰਬੰਧ ਜੋੜੀਏ। ਇਸੇ ਅਵਸਥਾ ਨੂੰ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਵਿੱਚ ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਬਲਸੂਰ, ਤਿਨ ਮੈਂ ਰਾਮ ਰਿਹਾ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਏ, ਤਾਕੇ ਰੂਪ ਨਾ ਖਤਨੇ ਜਾਏ। ਫਿਰ ਜਿਨ੍ਹਾਂ ਨੂੰ ਪ੍ਰਭੂ ਦੀ ਨਦਰ ਕਰਮ ਮਿਲਦੀ ਹੈ, ਉਸ ਨਦਰੀ ਦੀ ਨਦਰ ਵਿੱਚ ਨਿਹਾਲ ਹੋ ਜਾਂਦੇ ਹਨ। ਸਦੀਵੀ ਆਨੰਦ ਵਰਗਾ ਵਾਸ ਸਬਜੈਕਟ ਸਾਨੂੰ ਆਪਣੀ ਤੁੱਛ ਬੁੱਧੀ ਦਾ ਅਹਿਸਾਸ ਦਿਲਾਉਂਦਾ ਹੈ। ਅਨੁਭਵ ਨਾ ਹੋਣ ਕਰਕੇ ਮੇਰੇ ਤੋਂ ਅਣਗਿਣਤ ਭੁੱਲਾਂ ਹੋਈਆਂ ਨੇ। ਬਹੁਤ ਕੁਝ ਵੱਧ ਘੱਟ ਬੋਲਿਆ ਗਿਆ ਹੈ। ਆਪ ਸਾਰਿਆਂ ਤੋਂ ਤੇ ਗੁਰੂ ਜੀ ਤੋਂ ਮਾਫੀ ਮੰਗਦੀ ਹਾਂ। ਆਸ ਹੈ ਆਪ ਆਪਣੇ ਅਨੁਭਵ ਤੋਂ ਇਸ ਵਿਸ਼ੇ ਤੇ ਚਾਨਣਾ ਪਾਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।